ਪਿੰਡਾਂ ਦੇ ਵਿੱਚ ਜਿਵੇਂ ਮਾਹੌਲ ਹੁੰਦਾ ਹੈ ਕਿ ਜੁਆਇੰਟ ਫੈਮਿਲੀ ਹੋਣ ਕਰਕੇ ਕਿ ਕਿਸੇ ਇੱਕ ਵੱਡੇ ਬਜ਼ੁਰਗ ਨੇ ਕਹਿ ਦਿੱਤਾ ਕਿ ਇਹ ਕਰਨਾ ਹੈ ਤਾਂ ਕਰਨਾ ਹੈ, ਨਹੀਂ ਕਰਨਾ ਤਾਂ ਨਹੀਂ। ਤਾਂ ਸਵੇਰੇ ਇਹ ਗੱਲ ਹੋਈ ਕਿ ਨਹੀਂ ਜੀ ਅੱਜ ਤੋਂ ਸਕੂਲ ਹੀ ਨਹੀਂ ਜਾਣਾ। ਅਗਰ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਐਸੀ ਸਕਿੱਲ ਹੋਏ, ਕੋਈ ਨਾ ਕੋਈ ਐਸੀ ਕਲਾ ਹੋਏ ਜੋ ਉਹ ਹੌਬੀ ਦੇ ਥਰੂ ਸ਼ੁਰੂ ਕਰੇ, ਪਤਾ ਨਹੀਂ ਕਦੋਂ ਇਹ ਹੌਬੀ ਜਿਸ ਤਰ੍ਹਾਂ ਮੇਰਾ ਪ੍ਰੋਫੈਸ਼ਨ ਬਣ ਗਈ ਹੈ। ਹੋ ਸਕਦਾ ਹੈ ਕਿ ਕਿਸੇ ਮੋੜ ਤੇ ਕਿਸੇ ਨਾ ਕਿਸੇ ਦੇ ਕੰਮ ਆਏ। ਠੋਕਰ ਜਿਹੜੀ ਹੁੰਦੀ ਹੈ ਨਾ, ਉਹ ਇਨਸਾਨ ਨੂੰ ਜਾਂ ਬਿਖੇਰ ਦਿੰਦੀ ਹੈ ਜਾਂ ਨਿਖਾਰ ਦਿੰਦੀ ਹੈ। ਤਾਂ ਉਹ ਨਿਖਾਰੇ ਹੀ ਨਿਖਾਰੇ, ਕਿਸੇ ਨੂੰ ਖਿੰਡਾ ਨਾ ਦੇ, ਬਿਖੇਰ ਨਾ ਦੇ। ਪ੍ਰੋਬਲਮ ਕੀ ਆਉਂਦੀ ਕਿ ਜਿਹੜਾ ਤਾਲਮੇਲ ਹੈ ਉਹ ਨਹੀਂ ਹੋ ਪਾਉਂਦਾ। ਕਿ ਅਗਰ ਉਹਨਾਂ ਦਾ ਤਾਲਮੇਲ ਕਰਾ ਦਿੱਤਾ ਜਾਏ ਤਾਂ ਬਹੁਤ ਸੋਹਣਾ ਕੰਮ ਆਪਾਂ ਆਪਣੇ ਸਮਾਜ ਨੂੰ ਸੁੰਦਰ ਬਣਾ ਸਕਦੇ ਹਾਂ, ਹੈ ਨਾ। ਜੋ ਬਚਪਨ ਰੁਲ ਜਾਂਦਾ ਹੈ ਉਹ ਉਸ ਨੂੰ ਰੁਲਣ ਤੋਂ ਬਚਾ ਸਕਦੇ ਹਾਂ। ਮੇਰੇ ਮੰਮਾ ਇੱਕ ਗੱਲ ਹਮੇਸ਼ਾ ਕਹਿੰਦੇ ਆ ਕਿ ਜੋ ਕੰਮ ਤੁਹਾਡੇ ਹੱਥਾਂ 'ਚੋਂ ਨਿਕਲ ਗਿਆ ਉਹ ਤੁਸੀਂ ਕਦੇ ਭੁੱਲ ਨਹੀਂ ਸਕਦੇ। ਅਸੀਂ ਉਹਨਾਂ ਨੂੰ ਟੈਕਨੋਲੋਜੀ ਦਿੱਤੀ ਹੈ ਅੱਗੇ ਵਧਣ ਲਈ, ਲੇਕਿਨ ਉਹ ਕਿੱਥੇ ਜਾ ਰਹੇ ਸਾਨੂੰ ਨਹੀਂ ਪਤਾ। ਉਹ ਜਦੋਂ ਪਤਾ ਲੱਗਦਾ ਹੈ ਜਦੋਂ ਉਹਨਾਂ ਦੇ ਸੰਸਕਾਰ ਜੋ ਟੈਕਨੋਲੋਜੀ ਤੋਂ ਮਿਲੇ ਹੋਏ ਸੰਸਕਾਰ ਹੈ ਉਹ ਸਾਡੇ ਪਰਿਵਾਰਿਕ ਸੰਸਕਾਰਾਂ ਦੇ ਉੱਪਰ ਹਾਵੀ ਹੋ ਜਾਂਦੇ। ਉਹਨਾਂ ਨੂੰ ਅਡਾਪਟ ਕੀਤਾ ਗਿਆ, ਉਹਨਾਂ ਦੇ ਲਈ ਸਕੂਲ ਖੋਲ੍ਹਿਆ ਗਿਆ ਇੱਕ ਮਸਤਕੀ ਪਾਠਸ਼ਾਲਾ ਨਾਮ ਤੋਂ, ਅਤੇ ਉੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਕਿ ਉਹ ਇੰਨੇ ਸਟੈਂਡ ਹੋ ਸਕਣ ਕਿ ਉਹਨਾਂ ਨੂੰ ਕੂੜੇ ਕਰਕਟ 'ਚੋਂ ਬਾਹਰ ਨਿਕਲ ਕੇ ਜਿਹੜੀ ਉਹਨਾਂ ਦੇ ਬਚਪਨ ਦੀ ਖੁਸ਼ਬੂ ਹੈ ਉਹ ਸਮਾਜ ਦੇ ਵਿੱਚ ਬਿਖੇਰ ਸਕਣ। ਇਹ ਕੰਮ ਤਾਂ ਮੈਨੂੰ ਸਕੂਨ ਦਿੰਦਾ ਹੈ, ਮੇਰੀ ਰੂਹ ਨੂੰ ਜ਼ਰੂਰ ਤਨਖਾਹ ਮਿਲਦੀ ਹੈ ਕਿ ਮੇਰੀ ਆਤਮਾ ਜਿਹੜੀ ਹੈ ਜੋ ਬਚਪਨ ਦੇ ਵਿੱਚ ਛੁੱਟ ਗਿਆ ਔਰ ਮੈਂ ਉਡਾਨ ਭਰਨਾ ਚਾਹੁੰਦੀ ਸੀ, ਉਸ ਉਡਾਨ ਮੇਰੇ ਜਿਹੜੇ ਕਲਾ ਦੇ ਪੰਖ ਹੈ ਉਹਨਾਂ ਨੂੰ ਉਡਾਨ ਦੇਣ ਦਾ ਕੰਮ ਇਹ ਸਾਰਾ ਕੰਮ ਮੈਨੂੰ ਕਰਦਾ। ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਜੋ ਤੁਸੀਂ ਕੰਮ ਕਰ ਰਹੇ ਹੋ, ਸਿੱਖ ਰਹੇ ਹੋ ਹੌਬੀ ਦੇ ਤੌਰ 'ਤੇ, ਇਹ ਸਿਰਫ ਹੌਬੀ ਨਹੀਂ ਹੈ, ਤੁਹਾਡਾ ਮਨ ਬਹਿਲਾਉਣ ਲਈ ਨਹੀਂ ਹੈ। ਇਹਦੇ ਥਰੂ ਤੁਸੀਂ ਆਪਣਾ ਕੰਮਕਾਜ ਸ਼ੁਰੂ ਕਰ ਸਕਦੇ ਹੋ। ਸੰਘਰਸ਼ ਜਿਹੜਾ ਹੁੰਦਾ ਹੈ ਉਹ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ, ਵਿਲ ਪਾਵਰ ਨੂੰ ਸਟਰੋਂਗ ਕਰ ਦਿੰਦਾ ਹੈ ਔਰ ਬਾਹਰੋਂ ਜਿਹੜਾ ਹੈ ਉਹ ਖੂਬਸੂਰਤ ਬਣਾਉਂਦਾ। ਖੂਬਸੂਰਤ ਉਹਦੀ ਕਲਾ ਹੁੰਦੀ ਹੈ, ਉਹਦੇ ਕੰਮ ਹੁੰਦੇ ਹੈ, ਨਾ ਕਿ ਚਿਹਰੇ ਦੀ। ਫਿਰ ਮੈਨੂੰ ਇਹ ਵੀ ਚੀਜ਼ ਫੀਲ ਹੋਈ ਕਿ ਅਗਰ ਮੰਮਾ ਕੰਮ ਕਰਨਗੇ ਇਸ ਏਜ 'ਚ ਤਾਂ ਇਹ ਚੀਜ਼ ਅੱਗੇ ਮੈਸੇਜ ਜਾਏਗਾ ਹੋਰ ਲੇਡੀਜ਼ ਲਈ ਵੀ। ਅਸੀਂ ਪੜ੍ਹੇ ਲਿਖੇ ਹਾਂ, ਸਾਡੇ ਪੇਰੈਂਟਸ ਨਾ ਵੀ ਪੜ੍ਹੇ ਲਿਖੇ ਹੋਣ, ਬਟ ਜੋ ਉਹਨਾਂ ਦਾ ਐਕਸਪੀਰੀਅੰਸ ਹੈ, ਜੋ ਉਹਨਾਂ ਦੇ ਅਨੁਭਵ ਹੈ ਉਹ ਸਾਡੀ ਪੜ੍ਹਾਈ ਤੋਂ ਬਹੁਤ ਉੱਪਰ ਹੈ। ਕਿ ਹੱਥਾਂ ਦੀਆਂ ਲਕੀਰਾਂ ਜਿਹੜੀ ਹੁੰਦੀ ਹੈ ਉਹ ਕਿਸਮਤ ਹੁੰਦੀ ਹੈ। ਮੇਰੇ ਹੱਥਾਂ 'ਤੇ ਕੋਈ ਲਕੀਰਾਂ ਨਹੀਂ ਹੈ, ਮੇਰੇ ਹੱਥਾਂ 'ਤੇ ਫੁਲਵੈਰੀ ਦੀ ਵਜ੍ਹਾ ਨਾਲ ਲਕੀਰਾਂ ਜਿਹੜੀਆਂ ਉਹ ਦਬ ਚੁੱਕੀਆਂ, ਖ਼ਤਮ ਹੋ ਗਈਆਂ, ਲੇਕਿਨ ਮੇਰੀ ਕਿਸਮਤ ਕਿਤੇ ਵੀ ਨਹੀਂ ਗਈ ਹੈ। ਉਹ ਮੇਰੇ ਹੱਥਾਂ ਦੇ ਹੁਨਰ ਨੇ, ਮੇਰੇ ਹੱਥਾਂ ਦੇ ਕੰਮ ਨੇ ਮੇਰੀ ਕਿਸਮਤ ਲਿਖੀ ਹੈ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ 'ਤੇ ਤੁਹਾਡਾ ਸਾਰਿਆਂ ਦਾ ਮੈਂ ਰਣਦੀਪ ਕੌਰ ਪੰਧੇਰ ਸਵਾਗਤ ਕਰਦੀ ਹਾਂ। ਪਾਬਲੋ ਨਰੂਦਾ ਦੀ ਇੱਕ ਅਨੁਵਾਦਿਤ ਕਵਿਤਾ ਹੈ। ਇਹ ਲਿਖਦੇ ਨੇ, ਖਾਮੋਸ਼ ਹੈ ਤਾਕਤ, ਰੁੱਖ ਦੱਸਦੇ ਨੇ ਮੈਨੂੰ, ਤੇ ਗਹਿਰਾਈ ਜੜ੍ਹਾਂ ਦੱਸਦੀਆਂ ਨੇ ਮੈਨੂੰ, ਤੇ ਸ਼ੁੱਧਤਾ ਆਟਾ ਦੱਸਦਾ ਏ ਮੈਨੂੰ। ਕਦੇ ਕਿਸੇ ਰੁੱਖ ਨੇ ਨਹੀਂ ਕਿਹਾ ਮੈਂ ਬਹੁਤ ਤਾਕਤਵਰ ਹਾਂ, ਕਦੇ ਜੜ੍ਹਾਂ ਨੇ ਨਹੀਂ ਕਿਹਾ ਕਿ ਅਸੀਂ ਕਿੰਨੀਆਂ ਡੂੰਘੀਆਂ ਹਾਂ, ਤੇ ਕਦੇ ਆਟੇ ਨੇ ਨਹੀਂ ਕਿਹਾ ਹੈ ਕੋਈ ਰੋਟੀ ਵਰਗਾ। ਕੁਝ ਇਨਸਾਨ ਸਾਨੂੰ ਜ਼ਿੰਦਗੀ 'ਚ ਅਜਿਹੇ ਮਿਲਦੇ ਨੇ ਜੋ ਦੇਖਣ ਨੂੰ ਬਿਲਕੁਲ ਸਧਾਰਨ ਜਿਹੇ ਹੁੰਦੇ ਨੇ, ਆਮ ਜਿਹੇ ਹੁੰਦੇ ਨੇ, ਪਰ ਉਹ ਜੋ ਕੰਮ ਕਰਦੇ ਨੇ ਉਹ ਉਹਨਾਂ ਨੂੰ ਬਹੁਤ ਖਾਸ ਬਣਾ ਦਿੰਦੇ ਨੇ, ਦੂਜਿਆਂ ਤੋਂ ਵੱਖਰਾ ਕਰਦੇ ਨੇ। ਅਜਿਹੇ ਇਨਸਾਨ, ਅਜਿਹੇ ਕਿਰਦਾਰ ਉਹ ਹੁੰਦੇ ਨੇ ਜੋ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਚਾਨਣ ਭਰਦੇ ਨੇ। ਮੇਰੇ ਅੱਜ ਦੇ ਮਹਿਮਾਨ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਨੇ, ਤੁਸੀਂ ਇਹਨਾਂ ਨੂੰ ਮਿਲ ਚੁੱਕੇ ਹੋ। ਮੈਡਮ ਪੂਜਾ ਸ਼ਾਰਦਾ ਜੀ, ਮੈਡਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਕਿਵੇਂ ਹੋ ਤੁਸੀਂ? ਬਹੁਤ ਵਧੀਆ। ਅੱਜ ਦੁਬਾਰਾ ਸਾਡੀ ਗੱਲ ਹੋ ਰਹੀ ਹੈ। ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਤੁਹਾਡੀ ਜ਼ਿੰਦਗੀ ਦੇ ਸੰਘਰਸ਼ ਦੇ ਬਾਰੇ 'ਚ। 3 ਭੈਣਾਂ ਹੋ ਤੁਸੀਂ ਜੀ ਮੈਮ, ਅਤੇ ਮਾਂ ਪਿਓ, ਹੋਰ ਕੌਣ ਕੌਣ ਹੈ ਪਰਿਵਾਰ 'ਚ? ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਮੇਰਾ ਜੋ ਜਨਮ ਔਰ ਸਟੱਡੀ ਹੈ ਉਹ ਦਿੱਲੀ ਤੋਂ ਹੈ, ਦਿੱਲੀ ਤੋਂ ਹੈ, ਔਰ ਜੀਵਨ ਦੇ ਬਹੁਤ ਸਾਰੇ ਸੰਘਰਸ਼ ਜਿਹੜੇ ਹੈ ਉਹਨਾਂ ਨੂੰ ਚਲਦੇ ਹੋਏ ਪੰਜਾਬ ਤੱਕ ਦਾ ਮੇਰਾ ਸਫ਼ਰ ਜਿਹੜਾ ਹੈ ਉਹ ਚੱਲ ਰਿਹਾ ਹੈ। ਪੰਜਾਬ 'ਚ ਆ ਕੇ ਇਹ ਮੇਰੀ ਕਰਮ ਭੂਮੀ ਬਣ ਚੁੱਕੀ ਹੈ। ਔਰ ਘਰ ਦੇ ਵਿੱਚ ਮੰਮੀ ਪਾਪਾ ਹੈ,
एक मेरी सिस्टर हैं और उन्होंने 3 बच्चे हैं जो कि मैं अडॉप्ट किए हुए हैं, जिन्हों मैं पाल रही हैं और वो मेरी फैमिली ਦੇ बिल्कुल परमानेंट मैंबर हैं। ਤੇ ਉਹਨਾਂ ਨਾਲ ਸਾਡਾ ਪਰਿਵਾਰ ਬਹੁਤ ਵਧੀਆ, ਸਾਡਾ ਛੋਟਾ ਜਿਹਾ ਪਰਿਵਾਰ ਚੱਲ ਰਿਹਾ ਹੈ। ਜੀ ਤੁਸੀਂ ਸਿਰਫ ਇਹਨਾਂ ਬੱਚਿਆਂ ਨੂੰ ਨਹੀਂ, ਬਹੁਤ ਸਾਰੇ ਲੋਕਾਂ ਨੂੰ ਅਡਾਪਟ ਕੀਤਾ ਹੋਇਆ ਹੈ। ਮੈਂ ਆਪਣੀ ਗੱਲ ਪੂਰੀ ਕਰਦੀ ਹਾਂ ਬਿਲਕੁਲ ਕਿ ਬਹੁਤ ਕੁਝ ਤੁਸੀਂ ਕਰ ਰਹੇ ਹੋ। ਆਰਟ ਐਂਡ ਕਰਾਫਟ ਦਾ ਤੁਸੀਂ ਸਿਖਾ ਰਹੇ ਹੋ ਕੰਮ, ਜੁਐਲਰੀ ਡਿਜ਼ਾਈਨਿੰਗ ਦਾ ਸਿਖਾ ਰਹੇ ਹੋ। ਕਿਸੇ ਸੰਸਥਾ ਨਾਲ ਮਿਲ ਕੇ ਕਰਦੇ ਹੋ ਜਾਂ ਕਿਵੇਂ? ਜੀ ਮੈਮ, ਇਹ ਜਿਹੜੀ ਚੀਜ਼ਾਂ ਹੈ, ਜਿੰਨੇ ਵੀ ਐਕਟੀਵਿਟੀਜ਼ ਮੈਂ ਕਰ ਰਹੀ ਹਾਂ, ਸ਼ਾਇਦ ਇਹ ਕਿਤੇ ਮੇਰੇ ਅੰਦਰ ਜੋ ਮੇਰਾ ਪਿੱਛੇ ਸਟਰਗਲ ਦੇ ਵਿੱਚ ਬਚਪਨ ਦੇ ਵਿੱਚ ਦਬ ਗਈ ਸੀ, ਮੇਰੀ ਬਹੁਤ ਸਾਰੀ ਉਡਾਨ ਭਰਨੀ ਸੀ ਮੈਂ, ਸ਼ਾਇਦ ਉਹ ਇੱਕ ਵਿਰਾਮ ਲੱਗਿਆ ਸੀ, ਬਟ ਉਹ ਅਲਪ ਵਿਰਾਮ ਸੀ, ਪੂਰਨ ਵਿਰਾਮ ਨਹੀਂ ਸੀ। ਉਹ ਅੱਜ ਵਾਪਸ ਸ਼ੁਰੂ ਹੋਇਆ ਹੈ ਮੇਰੇ ਸਟੂਡੈਂਟਸ ਦੇ ਨਾਲ, ਬੱਚਿਆਂ ਦੇ ਨਾਲ। ਮੈਂ ਆਰਟ ਐਂਡ ਕਰਾਫਟ ਕਰਵਾਉਂਦੀ ਹਾਂ। ਆਰਟ ਐਂਡ ਕਰਾਫਟ ਦੇ ਵਿੱਚ ਮੈਂ ਫੈਬਰਿਕ ਪੇਂਟਿੰਗ, ਗਲਾਸ ਪੇਂਟਿੰਗ, ਨਿਬ ਪੇਂਟਿੰਗ, ਕੈਨਵਸ ਪੇਂਟਿੰਗ, ਹਰ ਤਰ੍ਹਾਂ ਦੀ ਕਾਫੀ ਸਾਰੀ ਪੇਂਟਿੰਗਸ ਕਰਵਾਉਂਦੀ ਹਾਂ। ਇਸ ਤੋਂ ਇਲਾਵਾ ਜੋ ਸਾਡਾ ਪੁਰਾਣਾ ਕਲਚਰ ਹੈ, ਮੰਜੀਆਂ ਦਰੀਆਂ ਬੁਣਨੀਆਂ, ਉਹ ਵੀ ਮੈਂ ਕਰਵਾਉਂਦੀ ਹਾਂ ਪਿੰਡਾਂ ਦੀ ਲੜਕੀਆਂ ਨੂੰ, ਜੋ ਕਿ ਸਟੈਂਡ ਹੋ ਸਕਣ, ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਆਪਣੇ ਕੰਮ ਦੇ ਨਾਲ, ਤਾਂ ਮੈਂ ਉਹਨਾਂ ਨੂੰ ਉਹ ਵੀ ਕਰਵਾਉਂਦੀ ਹਾਂ। ਆਰਗੈਨਿਕ ਫੂਡ ਪ੍ਰੋਸੈਸਿੰਗ ਦੇ ਕੋਰਸਿਸ ਜਿਹੜੇ ਹੈ ਉਹ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਰਵਾਇਆ ਜਾਂਦਾ ਹੈ, ਸਰਟੀਫਾਈਡ ਹੈ, ਅਤੇ ਲੜਕੀਆਂ ਨੂੰ ਉਹ ਕਰਵਾਇਆ ਜਾਂਦਾ ਹੈ। ਉਸ ਤੋਂ ਇਲਾਵਾ ਕੈਲੀਗ੍ਰਾਫੀ ਕਰਵਾਉਂਦੀ ਹਾਂ ਮੈਂ ਲੜਕੀਆਂ ਨੂੰ, ਬੱਚਿਆਂ ਨੂੰ, ਸਾਰੇ ਛੋਟੇ ਬੜੇ ਬੱਚਿਆਂ ਨੂੰ, ਕਿਉਂਕਿ ਰਾਈਟਿੰਗ ਜਿਹੜੀ ਹੈ, ਕਹਿੰਦੇ ਆ ਨਾ ਕਿ ਜੋ ਕਲਮ ਦਾ ਪਹਿਲਾ ਅੱਖਰ ਹੁੰਦਾ ਹੈ ਜਾਂ ਕੋਈ ਵੀ ਫਸਟ ਬੱਚੇ ਦਾ ਕੋਈ ਇੰਪ੍ਰੈਸ਼ਨ ਹੁੰਦਾ ਹੈ, ਉਹ ਲਾਸਟ ਇੰਪ੍ਰੈਸ਼ਨ ਹੁੰਦਾ ਹੈ। ਤਾਂ ਉਹ ਜੋ ਰਾਈਟਿੰਗ ਹੈ ਉਹ ਉਸਦਾ ਬੰਦੇ ਦੀ ਇਮੇਜ ਜਿਹੜੀ ਹੈ ਉਸ ਨੂੰ ਸਾਹਮਣੇ ਪੇਸ਼ ਕਰਦਾ ਹੈ। ਤਾਂ ਉਹ ਲਿਖਾਈ ਨੂੰ ਸੁੰਦਰ ਬਣਾਉਣ ਲਈ ਵੀ ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕੈਲੀਗ੍ਰਾਫੀ ਦੇ ਥਰੂ। ਉਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਹੈ, ਜਿਵੇਂ ਕਿ ਮੋਲਡਿਟ ਜੁਐਲਰੀ ਬਣਾਉਣੀ, ਕਲੇ ਤੋਂ ਜੁਐਲਰੀ ਬਣਾਉਣੀ, ਤਾਂ ਉਹ ਵੀ ਮੈਂ ਕੰਮ ਕਰਦੀ ਹਾਂ, ਲੜਕੀਆਂ ਨੂੰ ਸਿਖਾਉਂਦੀ ਹਾਂ। ਅਸੀਂ ਹੁਣੇ ਥੋੜ੍ਹੇ ਟਾਈਮ ਪਹਿਲਾਂ ITI ਦੇ ਵਿੱਚ ਔਰ ਕੁਛ ਜੋ BEd ਕਾਲਜ ਹੁੰਦੇ ਆ ਉੱਥੇ ਵੀ, ਈਵਨ ਕਿ ਤੁਸੀਂ ਮੰਨੋ ਕਿ ਲੜਕੀਆਂ ਤੋਂ ਇਲਾਵਾ ਲੜਕੇ ਵੀ ਜਿਹੜੇ ਹੈ ਮੇਰੇ ਸਟੂਡੈਂਟ, ਬਹੁਤ ਅੱਛਾ ਉਹਨਾਂ ਨੇ ਕੰਮ ਕੀਤਾ, ਸਿੱਖਿਆ, ਔਰ ਕੋਸ਼ਿਸ਼ ਕਰਦੀ ਹਾਂ ਕਿ ਉਹ ਸਿੱਖਣ ਦੇ ਨਾਲ ਨਾਲ ਉਹਨੂੰ ਕੰਮ ਨੂੰ ਅੱਗੇ ਵਧਾਉਣ, ਉਹਨੂੰ ਆਪਣੇ ਕੰਮਾਂ ਦੇ ਵਿੱਚ ਲੈਣ, ਉਹ ਸਕਿੱਲ ਨੂੰ ਅੱਗੇ ਵਧਾ ਕੇ ਆਪਣੇ ਜੌਬ ਕਰੀਅਰ ਦੇ ਲਈ ਦੇ ਨਾਲ ਜੋੜਨ। ਮੈਂ ਅਕਸਰ ਇੱਕ ਗੱਲ ਕਰਦੀ ਹੁੰਦੀ ਹਾਂ ਕਿ ਕਿਸੇ ਨੇ ਨਾ ਬਹੁਤ ਸੋਹਣਾ ਕਿਹਾ ਕਿ ਸਾਰੀਆਂ ਹੀ ਔਰਤਾਂ ਕੰਮਕਾਜੀ ਹੁੰਦੀਆਂ ਨੇ, ਥੋੜ੍ਹੀਆਂ ਜਿਹੀਆਂ ਤਨਖਾਹ ਵਾਲੀਆਂ ਹੁੰਦੀਆਂ, ਜੀ ਹੈ ਨਾ। ਅਤੇ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲੇ ਤੁਸੀਂ ਇਕੱਲੇ ਹੋ। ਬਿਲਕੁਲ। ਇਸ ਸਭ ਕੰਮ ਦੇ ਪੈਸੇ ਮਿਲਦੇ ਨੇ ਤੁਹਾਨੂੰ? ਨਹੀਂ ਮੈਮ, ਇਹ ਕੰਮ ਤਾਂ ਮੈਨੂੰ ਸਕੂਨ ਦਿੰਦਾ, ਮੇਰੀ ਰੂਹ ਨੂੰ ਜ਼ਰੂਰ ਤਨਖਾਹ ਮਿਲਦੀ ਹੈ ਕਿ ਮੇਰੀ ਆਤਮਾ ਜਿਹੜੀ ਹੈ, ਜੋ ਬਚਪਨ ਦੇ ਵਿੱਚ ਛੁੱਟ ਗਿਆ ਔਰ ਮੈਂ ਉਡਾਨ ਭਰਨਾ ਚਾਹੁੰਦੀ ਸੀ, ਉਸ ਉਡਾਨ, ਮੇਰੇ ਜਿਹੜੇ ਕਲਾ ਦੇ ਪੰਖ ਹੈ ਉਹਨਾਂ ਨੂੰ ਉਡਾਨ ਦੇਣ ਦਾ ਕੰਮ, ਇਹ ਸਾਰਾ ਕੰਮ ਮੈਨੂੰ ਕਰਦਾ ਹੈ। ਇਸ ਲਈ ਮੈਨੂੰ ਬੱਚਿਆਂ ਨੂੰ ਸਿਖਾਉਣ ਦੇ ਲਈ ਮੈਂ ਕੋਈ ਇਸ ਤਰ੍ਹਾਂ ਚਾਰਜ ਨਹੀਂ ਕਰਦੀ ਹਾਂ। ਇਹ ਮੈਂ ਕਾਫੀ ਸਾਰੇ NGOs ਹੈ ਜਿਨ੍ਹਾਂ ਦੇ ਨਾਲ ਮਿਲ ਕੇ ਮੈਂ ਇਹ ਕਰਦੀ ਹਾਂ ਕਿ ਜਿੱਥੋਂ ਵੀ ਕਿਤੇ ਜਿਸ ਤਰ੍ਹਾਂ ਵੀ ਸੈਟਲ ਹੋ ਜਾਏ ਕਿ ਮੈਂ ਆਪਣੇ ਸਮਾਜ ਲਈ ਕੁਝ ਕਰ ਸਕਾਂ, ਕਿ ਦੁਬਾਰਾ ਪੂਜਾ ਸ਼ਾਰਦਾ ਵਰਗਾ ਕੋਈ ਐਸਾ ਨਾ ਹੋਏ ਜਿਹਦਾ ਬਚਪਨ ਰੁੱਲ ਜੇ, ਹੈ ਨਾ। ਤਾਂ ਹੋਰ ਪੂਜਾ ਸ਼ਾਰਦਾ, ਹਾਂ ਜ਼ਰੂਰ ਪੂਜਾ ਸ਼ਾਰਦਾ ਵਰਗਾ ਸਟਰੋਂਗ ਜ਼ਰੂਰ ਬਣ ਜੇ। ਜ਼ਿੰਦਗੀ ਨੇ ਬਹੁਤ ਕੁਝ ਸਿਖਾਇਆ ਹੈ। ਆਤਮ ਸ਼ਕਤੀ ਜਿਹੜੀ ਹੈ, ਇਹ ਸਾਡੇ ਜਿਹੜੇ ਸੰਘਰਸ਼ ਹੈ ਇਹੀ ਸਾਨੂੰ ਦਿੰਦੇ ਹੈ। ਬਟ ਜੋ ਕਹਿੰਦੇ ਹੈ ਕਿ ਠੋਕਰ ਜਿਹੜੀ ਹੁੰਦੀ ਹੈ ਨਾ, ਉਹ ਇਨਸਾਨ ਨੂੰ ਜਾਂ ਬਿਖੇਰ ਦਿੰਦੀ ਹੈ ਜਾਂ ਨਿਖਾਰ ਦਿੰਦੀ ਹੈ। ਤਾਂ ਉਹ ਨਿਖਾਰੇ ਹੀ ਨਿਖਾਰੇ, ਕਿਸੇ ਨੂੰ ਖਿੰਡਾ ਨਾ ਦੇ, ਬਿਖੇਰ ਨਾ ਦੇ। ਇਸ ਕੋਸ਼ਿਸ਼ ਦੇ ਵਿੱਚ ਮੈਂ ਲੱਗੀ ਰਹਿੰਦੀ ਹਾਂ। ਕੁਝ NGOs ਹੈ ਜਿਨ੍ਹਾਂ ਦੇ ਨਾਲ ਮੈਂ ਕੰਮ ਕਰ ਰਹੀ ਹਾਂ। ਡੈਡੀਕੇਟਿਡ ਗਰੁੱਪ ਹੈ ਪਟਿਆਲਾ ਦੇ ਵਿੱਚ। ਇੱਕ ਹੋਰ ਹੈ ਜਿਹੜਾ ਕਿ ਮਸਤੀ ਕੀ ਪਾਠਸ਼ਾਲਾ ਨਾਮ ਸੇ ਚੱਲ ਰਿਹਾ, ਉਹਦੇ ਵਿੱਚ ਵੀ ਛੋਟੇ ਛੋਟੇ ਬੱਚਿਆਂ ਨੂੰ, ਜੋ ਰੈਗ ਪਿਕਿੰਗ, ਕੂੜਾ ਕਰਕਟ ਚੱਕਣ ਵਾਲੇ ਬੱਚੇ ਹੈ, ਉਹਨਾਂ ਨੂੰ ਅਡਾਪਟ ਕੀਤਾ ਗਿਆ, ਉਹਨਾਂ ਦੇ ਲਈ ਸਕੂਲ ਖੋਲ੍ਹਿਆ ਗਿਆ ਇੱਕ ਮਸਤੀ ਕੀ ਪਾਠਸ਼ਾਲਾ ਨਾਮ ਤੋਂ, ਅਤੇ ਉੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਕਿ ਉਹ ਇੰਨੇ ਸਟੈਂਡ ਹੋ ਸਕਣ ਕਿ ਉਹਨਾਂ ਨੂੰ ਕੂੜੇ ਕਰਕਟ 'ਚੋਂ ਬਾਹਰ ਨਿਕਲ ਕੇ ਜਿਹੜੀ ਉਹਨਾਂ ਦੇ ਬਚਪਨ ਦੀ ਖੁਸ਼ਬੂ ਹੈ ਉਹ ਸਮਾਜ ਦੇ ਵਿੱਚ ਬਿਖੇਰ ਸਕਣ। ਤਾਂ ਅੱਜ ਕੱਲ੍ਹ ਜਿਵੇਂ ਹੁਣ ਕਿ ਅੱਗੇ ਛੁੱਟੀਆਂ ਆ ਰਹੀਆਂ, ਤਾਂ ਉਹਨਾਂ ਦੇ ਲਈ ਕੈਂਪ ਲਗਾਏ ਜਾਣਗੇ, ਫ੍ਰੀ ਕੈਂਪ ਹੋਣਗੇ, ਜਿਹਦੇ ਵਿੱਚ ਉਹ ਬੱਚੇ ਆਰਟ ਐਂਡ ਕਰਾਫਟ ਜਾਂ ਜੁਐਲਰੀ ਮੇਕਿੰਗ
ਜਾਂ ਫਲਾਰ ਮੇਕਿੰਗ, ਪੇਪਰ ਫਲਾਰਸ ਨੇ, ਰਿਬਨ ਫਲਾਰਸ ਨੇ, ਉਸ ਤਰ੍ਹਾਂ ਦੀ ਚੀਜ਼ਾਂ ਉਹ ਸਿੱਖ ਸਕਣ। ਯਾਨੀ ਕਿ ਜੋ ਜਿੰਨਾ ਕੁਛ ਇਹ ਆਰਟ ਤੋਂ ਰਿਲੇਟਡ ਚੀਜ਼ਾਂ ਹੈ ਉਹ ਉਸ ਨੂੰ ਸਿੱਖਣ। ਇਹ ਚੀਜ਼ ਨਾ ਐਕਚੁਅਲੀ ਮੈਨੂੰ ਬਚਪਨ ਦੇ ਵਿੱਚ ਬਾਲ ਭਵਨ ਦਿੱਲੀ ਤੋਂ ਸਿੱਖ ਮਿਲੀ ਹੈ। ਦਿੱਲੀ ਦੇ ਵਿੱਚ ਇੱਕ ਸੰਸਥਾ ਹੈ ਬਾਲ ਭਵਨ, ਜੋ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ 1956 ਦੇ ਵਿੱਚ ਬਣਾਈ ਥੀ। ਜੀ। ਉਹ ਇੱਕ ਬਹੁਤ ਛੋਟੀ ਜਿਹੀ ਸੰਸਥਾ ਸੀ, ਹੁਣ ਇਹ ਪੂਰੇ ਦੇਸ਼ ਵਿੱਚ ਹੈ। ਤੇ ਬਹੁਤ ਸਾਰੇ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ। ਅੱਜ ਕੱਲ੍ਹ ਕੀ ਹੁੰਦਾ ਕਿ ਛੁੱਟੀਆਂ ਹੁੰਦੀਆਂ, ਪਲੈਨਿੰਗ ਬਣਨੀ ਸ਼ੁਰੂ ਹੋ ਜਾਂਦੀ ਕਿ ਕਿੱਥੇ ਘੁੰਮਣ ਜਾਣਾ ਹੈ ਨਾ। ਅੱਜ ਕੱਲ੍ਹ ਤਾਂ ਬਹੁਤ ਅੱਛੇ ਅੱਛੇ ਪੈਕੇਜ ਮਿਲਣ ਲੱਗੇ ਹੈ, ਤਾਂ ਉਹ ਪਲੈਨਿੰਗ ਹੁੰਦੀ ਹੈ। ਪਿਕਚਰਸ ਦੇਖਣ ਜਾਣਾ ਹੈ, ਇਹ ਪਲੈਨਿੰਗ ਹੁੰਦੀ ਹੈ। ਬਟ ਮੈਂ ਕਹੂੰਗੀ ਕਿ ਜਿਸ ਤਰ੍ਹਾਂ ਮੇਰੀ ਹੌਬੀਜ਼ ਅੱਜ ਮੇਰੇ ਕੰਮ ਆ ਰਹੀ ਹੈ, ਔਰ ਮੇਰੇ ਨਾਲ ਨਾਲ ਉਹ ਬੱਚਿਆਂ ਦੇ ਵੀ ਕੰਮ ਆ ਰਹੀ ਹੈ ਜੋ ਕਿ ਜ਼ਰੂਰਤਮੰਦ ਹੈ। ਅਗਰ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਐਸੀ ਸਕਿੱਲ ਹੋਏ, ਕੋਈ ਨਾ ਕੋਈ ਐਸੀ ਕਲਾ ਹੋਏ ਜੋ ਉਹ ਹੌਬੀ ਦੇ ਥਰੂ ਸ਼ੁਰੂ ਕਰੇ, ਪਤਾ ਨਹੀਂ ਕਦੋਂ ਇਹ ਹੌਬੀ ਜਿਸ ਤਰ੍ਹਾਂ ਮੇਰਾ ਪ੍ਰੋਫੈਸ਼ਨ ਬਣ ਗਈ ਹੈ, ਹੋ ਸਕਦਾ ਹੈ ਕਿ ਕਿਸੇ ਮੋੜ ਤੇ ਕਿਸੇ ਨਾ ਕਿਸੇ ਦੇ ਕੰਮ ਆਏ। ਤਾਂ ਇਹ ਮੈਂ ਚਾਹੂੰਗੀ ਕਿ ਬੱਚੇ ਸਿੱਖਣ ਜ਼ਰੂਰ, ਇਸ ਨੂੰ ਮਾਈਨਰ ਨਾ ਸਮਝ ਕੇ ਮੇਜਰ ਸਮਝਿਆ ਜਾਏ ਇਸ ਸਕਿੱਲ ਨੂੰ। ਜਿਵੇਂ ਤੁਸੀਂ ਕਿਹਾ ਕਿ ਛੁੱਟੀਆਂ ਦੇ ਵਿੱਚ ਤੁਸੀਂ ਝੁੱਗੀ ਝੋਪੜੀ ਦੇ ਬੱਚਿਆਂ ਨੂੰ ਸਿਖਾਉਂਦੇ ਹੋ, ਉਹਨਾਂ ਲਈ ਕੈਂਪ ਲਗਾਉਂਦੇ ਹੋ। ਤੁਹਾਨੂੰ ਲੱਗਦਾ ਕਿ ਓਨੇ ਟਾਈਮ ਦੇ ਵਿੱਚ ਸਿੱਖ ਕੇ ਉਹ ਬਾਅਦ ਦੇ ਵਿੱਚ ਦੁਬਾਰਾ ਆਪਣੇ ਉਸ ਕੰਮ 'ਤੇ ਵਾਪਸ ਨਹੀਂ ਜਾਂਦੇ? ਕੂੜਾ ਚੁੱਕਣ ਵਾਲਾ ਜਾਂ ਫਿਰ ਮੰਗਣ ਵਾਲਾ ਕੰਮ ਉਹ ਦੁਬਾਰੇ ਨਹੀਂ ਕਰਦੇ? ਹਾਂਜੀ ਮੈਮ, ਅਗਰ ਆਪਾਂ ਉਹਨਾਂ ਨੂੰ ਇਸ ਚੀਜ਼ ਦੇ ਲਈ ਛੱਡ ਦਈਏ ਕਿ ਆਪਾਂ ਨੇ ਉਹਨਾਂ ਨੂੰ ਇੱਕ ਫਾਰਮੈਲਿਟੀ ਦੇ ਤੌਰ 'ਤੇ 2-4 ਦਿਨਾਂ ਦਾ 10 ਦਿਨਾਂ ਦਾ ਕੈਂਪ ਲਗਾਇਆ ਔਰ ਛੱਡ ਦਿੱਤਾ, ਤਾਂ ਡੈਫੀਨੇਟਲੀ ਉਹ ਜ਼ਰੂਰ ਵਾਪਸ, ਕਿਉਂਕਿ ਅਰਨਿੰਗ ਉਹਨਾਂ ਦੀ ਜੋ ਹੈ ਉਹ ਉਸ ਕੰਮ ਤੋਂ ਹੈ, ਤਾਂ ਉਹ ਆਪਣੀ ਘਰ ਦੀ ਅਰਥ ਵਿਵਸਥਾ ਨੂੰ ਸੈੱਟ ਕਰਨ ਲਈ ਉੱਥੇ ਵਾਪਸ ਜ਼ਰੂਰ ਜਾਣਗੇ। ਲੇਕਿਨ ਅਗਰ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਜੋ ਤੁਸੀਂ ਕੰਮ ਕਰ ਰਹੇ ਹੋ, ਸਿੱਖ ਰਹੇ ਹੋ ਹੌਬੀ ਦੇ ਤੌਰ 'ਤੇ, ਇਹ ਸਿਰਫ ਹੌਬੀ ਨਹੀਂ ਹੈ, ਤੁਹਾਡਾ ਮਨ ਬਹਿਲਾਉਣ ਲਈ ਨਹੀਂ ਹੈ, ਇਹਦੇ ਥਰੂ ਤੁਸੀਂ ਆਪਣਾ ਕੰਮਕਾਜ ਸ਼ੁਰੂ ਕਰ ਸਕਦੇ ਹੋ। ਬਹੁਤ ਸਾਰੀ ਗਵਰਨਮੈਂਟ ਦੀ ਸਕੀਮਸ ਹੁੰਦੀ ਹੈ ਜਿਹੜੀ ਕਿ ਲੋਕਾਂ ਨੂੰ ਨਹੀਂ ਪਤਾ ਹੁੰਦੀ, ਅਸੀਂ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਉਹ ਚੀਜ਼ਾਂ ਪਤਾ ਲੱਗਣ, ਉਹ ਸਿੱਖ ਕੇ ਕੰਮ। ਸਿਖਲਾਈ ਕੇਂਦਰ ਬਹੁਤ ਸਾਰੇ ਇਸ ਤਰ੍ਹਾਂ ਫ੍ਰੀ ਚੱਲ ਰਹੇ ਹਨ, ਗਵਰਨਮੈਂਟ ਵੱਲੋਂ ਵੀ ਚੱਲ ਰਹੇ ਹਨ, ਬਹੁਤ ਸਾਰੇ NGOs ਵੀ ਹਨ ਜਿਹੜੇ ਕੰਮ ਕਰ ਰਹੇ ਹਨ। ਪ੍ਰੋਬਲਮ ਕੀ ਆਉਂਦੀ ਕਿ ਜਿਹੜਾ ਤਾਲਮੇਲ ਹੈ ਉਹ ਨਹੀਂ ਹੋ ਪਾਉਂਦਾ, ਕਿ ਅਗਰ ਉਹਨਾਂ ਦਾ ਤਾਲਮੇਲ ਕਰਾ ਦਿੱਤਾ ਜਾਏ ਤਾਂ ਬਹੁਤ ਸੋਹਣਾ ਕੰਮ ਆਪਾਂ ਆਪਣੇ ਸਮਾਜ ਨੂੰ ਸੁੰਦਰ ਬਣਾ ਸਕਦੇ ਹਾਂ, ਹੈ ਨਾ। ਜੋ ਬਚਪਨ ਰੁਲ ਜਾਂਦਾ ਹੈ ਉਹ ਉਸ ਨੂੰ ਰੁਲਣ ਤੋਂ ਬਚਾ ਸਕਦੇ ਹਾਂ। ਤਾਂ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਬੱਚਿਆਂ ਨੂੰ ਸਿਖਾਉਣ ਦੇ ਨਾਲ ਨਾਲ ਮੈਂ ਟਾਈਮ ਟੂ ਟਾਈਮ ਉਹਨਾਂ ਨੂੰ ਮੋਟੀਵੇਸ਼ਨਲ ਸਪੀਚ ਦਿੰਦੀ ਹਾਂ, ਸਮਝਾਉਂਦੀ ਹਾਂ, ਔਰ ਬਾਅਦ ਦੇ ਵਿੱਚ ਵੀ ਅਸੀਂ ਉਹਨਾਂ ਨਾਲ ਜੁੜੇ ਰਹਿੰਦੇ ਹਾਂ ਕਿ ਉਹ ਬੱਚੇ ਕੀ ਕਰ ਰਹੇ ਹੈ। ਛੱਡਦੇ ਨਹੀਂ ਹਾਂ ਉਹਨਾਂ ਨੂੰ ਕਿ ਸਿਖਾਇਆ ਔਰ ਐਜ਼ ਇਟ ਇਜ਼ ਸਾਡੀ ਡਿਊਟੀ ਖਤਮ ਹੋ ਗਈ। ਜੀ ਜੀ ਪੂਜਾ ਜੀ, ਤੁਹਾਡੇ ਦੇ ਬਹੁਤ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੇ, ਇਸ ਕੰਮ ਦੇ ਤੁਹਾਨੂੰ ਕੋਈ ਪੈਸੇ ਨਹੀਂ ਮਿਲਦੇ, ਆਮਦਨੀ ਦਾ ਜ਼ਰੀਆ ਕੀ ਹੈ? ਮੈਮ ਮੈਂ ਪੋਸਟ ਗ੍ਰੈਜੂਏਟ ਹਾਂ, ਟੀਚਰ ਹਾਂ ਮੈਂ। ਪਹਿਲਾਂ ਮੈਂ ਕਾਫੀ ਸਾਰੇ ਸਕੂਲਸ ਵਿੱਚ, ਬਹੁਤ ਅੱਛੇ ਸਕੂਲਸ ਦੇ ਵਿੱਚ ਕੰਮ ਕੀਤਾ ਔਰ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਹੁਣ ਵੀ ਮੇਰਾ ਉਹਨਾਂ ਨਾਲ ਬਹੁਤ ਅੱਛਾ ਸੰਬੰਧ ਹੈ ਕਿ ਮੈਂ ਛੱਡਿਆ ਨਹੀਂ। ਮੈਂ ਸਕੂਲ ਛੱਡ ਦਿੱਤੇ ਹੈ ਲੇਕਿਨ ਉਹਨਾਂ ਦੇ ਨਾਲ, ਮੈਨੇਜਮੈਂਟ ਨਾਲ, ਬੱਚਿਆਂ ਨਾਲ ਮੇਰੇ ਲਿੰਕਸ ਹਲੇ ਵੀ ਬਹੁਤ ਅੱਛੇ ਹੈ ਅਤੇ ਮੈਂ ਉੱਥੇ ਵੀ ਵੈਸੇ ਕਰਦੀ ਰਹਿੰਦੀ ਇਸ ਤਰ੍ਹਾਂ। ਅਤੇ ਜਿਹੜਾ ਮੇਰਾ ਘਰ ਦਾ ਹੈ, ਆਰਥਿਕ ਮੇਰੀ ਸਮੱਸਿਆਵਾਂ ਨੇ, ਉਹਨਾਂ ਦੇ ਨਾਲ ਦੋ ਹੱਥ ਹੋਣ ਲਈ ਮੈਂ ਟੀਚਿੰਗ ਕਰਦੀ ਹਾਂ, ਪ੍ਰਾਈਵੇਟ ਟਿਊਸ਼ਨਸ ਲੈਂਦੀ ਹਾਂ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ, ਔਰ ਉਸ ਦੇ ਨਾਲ ਮੈਂ ਆਪਣੀ ਅਰਨਿੰਗ ਜੋ ਵੀ ਹੁੰਦੀ ਹੈ ਆਪਣਾ ਪਰਿਵਾਰ ਚਲਾਉਂਦੀ ਹਾਂ। ਅਤੇ ਜਿਹੜਾ ਸੋਸ਼ਲ ਵਰਕ ਹੈ ਉਹ ਮੈਂ ਇਸ ਤਰ੍ਹਾਂ ਅਲੱਗ ਰੱਖਿਆ, ਦੋਨਾਂ ਨੂੰ ਬੈਲੈਂਸ ਬਣਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ। ਹਾਲੇ ਤੱਕ ਤਾਂ ਹੋ ਰਿਹਾ। ਇੰਨੀਆਂ ਸਾਰੀਆਂ ਸਮੱਸਿਆਵਾਂ ਨੇ, ਹੈ ਨਾ, ਹਰ ਬੰਦੇ ਦੀ ਜ਼ਿੰਦਗੀ 'ਚ ਹੁੰਦੀਆਂ। ਚਲੋ, ਤੁਹਾਡੇ ਕੋਲ ਇੰਨਾ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸਮਾਂ ਹੁੰਦਾ ਜਾਂ ਤੁਸੀਂ ਮਾਨਸਿਕ ਤੌਰ 'ਤੇ ਇੰਨੇ ਕਿ ਤੁਸੀਂ ਰਿਲੈਕਸ ਹੁੰਦੇ ਹੋ ਕਿ ਤੁਹਾਡਾ ਦਿਲ ਕਰਦਾ ਕਿ ਮੈਂ ਇਹਨਾਂ ਬੱਚਿਆਂ ਲਈ ਕੁਝ ਕਰਾਂ? ਹਾਂਜੀ ਮੈਮ, ਸਮੇਂ ਤਾਂ ਸਾਰਿਆਂ ਕੋਲ ਉਹੀ 24 ਘੰਟੇ ਦਾ ਹੀ ਹੁੰਦਾ ਹੈ, ਲੇਕਿਨ ਕਦੇ ਕਦੇ ਮੇਰਾ ਮਨ ਹੁੰਦਾ ਕਿ 24 ਦੀ ਜਗ੍ਹਾ 48 ਘੰਟੇ ਵੀ ਹੋ ਜਾਣ, ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਬਹੁਤ ਸਾਰੀ ਪਲੈਨਿੰਗਸ ਕੀਤੀ ਹੁੰਦੀ ਹੈ ਤਾਂ ਲੱਗਦਾ ਹੈ ਕਿ ਕੁਝ ਛੁੱਟ ਰਿਹਾ ਹੈ। ਔਰ ਕਈ ਵਾਰ ਤਾਂ ਹੁਣ ਜਿਉਂ-ਜਿਉਂ ਸਾਲ ਦਰ ਸਾਲ ਉਮਰ ਵੱਧ ਰਹੀ ਹੈ ਤਾਂ ਕਿਤੇ ਲੱਗਦਾ ਹੈ ਕਿ ਕੁਝ ਛੁੱਟ ਨਾ ਜਾਏ, ਬਹੁਤ ਕੁਝ ਕਰਨ ਨੂੰ ਪਿਆ ਹੈ, ਤਾਂ ਇਸ ਤਰ੍ਹਾਂ ਲੱਗਦਾ ਹੈ। ਲੇਕਿਨ ਮੈਂ ਇਸ ਨੂੰ ਥੋੜ੍ਹਾ ਬੈਲੈਂਸ ਕਰਨ ਲਈ, ਮੈਨੇਜ ਕਰਨ ਲਈ ਇਹ ਚੀਜ਼ ਕਰਦੀ ਹਾਂ ਕਿ ਮੇਰਾ ਜੋ ਆਪਣੀ ਪਰਿਵਾਰ ਦੇ ਪ੍ਰਤੀ ਮੇਰੀ ਜ਼ਿੰਮੇਵਾਰੀ ਹੈ, ਡਿਊਟੀ ਹੈ, ਔਰ ਜੋ ਮੇਰੀ ਸਮਾਜ ਦੇ ਪ੍ਰਤੀ ਹੈ, ਇਹ ਬੈਲੈਂਸ ਬਣਿਆ ਰਹੇ। ਤਾਂ ਮੈਂ
ਟਾਈਮ ਟੂ ਟਾਈਮ ਇਸ ਚੀਜ਼ ਦਾ ਕਰਦੀ ਰਹਿੰਦੀ। ਕਈ ਵਾਰ ਬਹੁਤ ਹੋ ਵੀ ਜਾਂਦਾ, ਓਵਰ ਵੀ ਹੋ ਜਾਂਦਾ ਹੈ, ਮਾਨਸਿਕ ਤੌਰ ਤੇ ਵੀ ਮੈਂ ਕਈ ਵਾਰ ਥਕਾਵਟ ਕਰਦੀ ਹਾਂ ਮਹਿਸੂਸ। ਬਟ ਜਦ ਵੀ ਇਸ ਤਰ੍ਹਾਂ ਦਾ ਕਦੇ ਹੁੰਦਾ ਹੈ ਤਾਂ ਮੈਂ ਪਿੱਛੇ ਇੱਕ ਵਾਰ ਆਪਣੇ ਸਫ਼ਰ ਨੂੰ ਦੇਖਦੀ ਹਾਂ ਕਿ ਜੋ ਮੈਂ ਇੰਨਾ ਲੰਬਾ ਸਫ਼ਰ ਤੈਅ ਕੀਤਾ ਹੈ ਕਿ ਅੱਜ ਅਗਰ ਮੈਂ ਗਿਰ ਗਈ ਤਾਂ ਜਾਂ ਥੱਕ ਹਾਰ ਗਈ, ਥੱਕਦੀ ਜ਼ਰੂਰ ਹਾਂ, ਹਾਰਦੀ ਨਹੀਂ ਹਾਂ। ਕਿਉਂਕਿ ਮੇਰਾ ਆਤਮ ਬਲ ਮੈਨੂੰ ਇਹ ਕਹਿੰਦਾ ਹੈ ਕਿ ਜਿਸ ਦਿਨ ਮੈਂ ਟੁੱਟ ਕੇ ਥੱਕ ਗਈ, ਮੇਰਾ ਪਰਿਵਾਰ ਵੀ ਬਿਖਰ ਜਾਏਗਾ ਔਰ ਮੇਰੇ ਬਹੁਤ ਸਾਰੇ ਸੁਪਨੇ ਜੋ ਮੈਂ ਸਮਾਜ ਦੇ ਲਈ ਕੋਸ਼ਿਸ਼ ਕਰ ਰਹੀ ਹਾਂ ਅੱਗੇ ਵਧਣ ਲਈ, ਸਮਾਜ ਦੇ ਵਿੱਚ ਕੁਝ ਤਾਂ ਮੇਰੇ ਐਸੇ ਹੋਣ ਜੋ ਮੇਰੀ ਵਜ੍ਹਾ ਨਾਲ ਜਿਨ੍ਹਾਂ ਦੀ ਲਾਈਫ ਜਿਹੜੀ ਹੈ ਉਹ ਸੁਧਰ ਜਾਏ, ਸੁਖਦ ਹੋ ਜਾਏ। ਤਾਂ ਇਹ ਜਿਹੜੀ ਠੋਕਰ ਹੁੰਦੀ ਹੈ ਜਾਂ ਜਿਹੜੀ ਮੇਰੀ ਇਹ ਸੋਚ ਹੁੰਦੀ ਹੈ, ਇਹ ਮੈਨੂੰ ਅੱਗੇ ਵਧਾਉਂਦੀ ਹੈ। ਫਿਰ ਮੈਂ ਦੁਬਾਰਾ ਸ਼ੁਰੂ ਹੋ ਜਾਂਦੀ ਹਾਂ। ਉਹਦੇ ਵਿੱਚ ਮੇਰੀ ਜਿਹੜੀ ਰਚਨਾਵਾਂ ਹੈ, ਕਵਿਤਾਵਾਂ ਲਿਖਦੀ ਹਾਂ ਮੈਂ ਹਿੰਦੀ ਔਰ ਪੰਜਾਬੀ ਵਿੱਚ, ਉਹ ਮੈਨੂੰ ਬਹੁਤ ਹਿੰਮਤ ਦਿੰਦੀਆਂ, ਉਹ ਮੇਰੀ ਆਤਮ ਬਲ ਨੂੰ ਦੁਬਾਰਾ ਸਟਰੋਂਗ ਕਰ ਦਿੰਦੀਆਂ। ਅਗਲੇ ਦਿਨ ਮੈਂ ਫਿਰ ਡਬਲ ਪਾਵਰ ਦੇ ਨਾਲ ਖੜੀ ਹੋ ਜਾਂਦੀ ਹਾਂ। ਜੀ, ਇੰਨਾ ਸਮਾਂ ਮਿਲ ਜਾਂਦਾ ਹੈ ਕਵਿਤਾਵਾਂ ਲਿਖਣ ਲਈ? ਜੀ ਮੈਮ, ਕਵਿਤਾਵਾਂ ਲਿਖਣ ਲਈ ਸਮਾਂ ਨਹੀਂ ਹੁੰਦਾ ਉਸ ਇਹ ਸਮੇਂ ਆਮਦ ਦੇ ਹੁੰਦੀ ਵਿੱਚ ਹੈ। ਹੀ। ਹਾਂ, ਉਸ ਸਮੇਂ ਦੇ ਵਿੱਚ ਹੀ, ਕਿਉਂਕਿ ਜਦੋਂ ਅਸੀਂ ਆਪਣੇ ਸਮਾਜ ਵਿੱਚ ਦੇਖ ਰਹੇ ਹੁੰਦੇ ਹਾਂ ਔਰ ਜਿਸ ਤਰ੍ਹਾਂ ਸਾਡੀ ਰੁਚੀ ਹੋ ਜਾਂਦੀ ਹੈ, ਉਹ ਸਾਨੂੰ ਉਹ ਚੀਜ਼ਾਂ ਨਜ਼ਰ ਆਉਂਦੀਆਂ ਹੁੰਦੀਆਂ। ਕਈ ਵਾਰ ਤਾਂ ਕੰਮ ਕਰਦੇ ਕਰਦੇ ਵੀ ਕਿ ਸ਼ਬਦ ਭੰਡਾਰ ਅੰਦਰ ਜੋ ਸ਼ਬਦ ਹੁੰਦੇ ਆ ਉਹ ਦੌੜ ਰਹੇ ਹੁੰਦੇ ਆ ਔਰ ਅਲੱਗ ਤੋਂ ਸਮੇਂ ਤਾਂ ਨਹੀਂ ਕੱਢ ਸਕਦੇ, ਕਿਉਂਕਿ ਅਲੱਗ ਤੋਂ ਸਮੇਂ ਕੱਢ ਕੇ ਅਸੀਂ ਅਗਰ ਕਹੀਏ ਕਿ ਇੱਕ ਰਚਨਾ ਲਿਖ ਦਾਂਗੇ, ਇੱਕ ਸ਼ਾਹਕਾਰ ਸਾਡਾ ਰੈਡੀ ਹੋ ਜਾਏਗਾ, ਤਾਂ ਕਦੇ ਨਹੀਂ ਹੁੰਦਾ। ਉਹ ਤਾਂ ਕੰਮ ਦੇ ਨਾਲ ਹੀ, ਕਿਉਂਕਿ ਉਸ ਕੰਮ ਦੇ ਵਿੱਚੋਂ ਹੀ ਸਾਨੂੰ ਐਕਸਪੀਰੀਅੰਸ ਮਿਲਦੇ ਆ, ਅਨੁਭਵ ਮਿਲਦੇ ਆ, ਜਿਨ੍ਹਾਂ ਦੇ ਨਾਲ ਅਸੀਂ ਆਪਣੀ ਰਚਨਾਵਾਂ ਜਿਹੜੀਆਂ ਉਹ ਕਾਗਜ਼ ਦੇ ਉਲੀਕ ਦਿੰਦੇ ਆ। ਕਹਿੰਦੇ ਨਾ ਕਿ ਜੋ ਲਿਖਾਰੀ ਹੁੰਦਾ ਹੈ, ਉਹਦੇ ਲਈ ਆਮ ਲੋਕੀ ਨਹੀਂ ਹੁੰਦੇ ਚੱਲਦੇ ਫਿਰਦੇ, ਉਹਦੀਆਂ ਰਚਨਾਵਾਂ ਦੇ ਪਾਤਰ ਹੁੰਦੇ ਨੇ। ਜੀ, ਤੇ ਆਪਣੀ ਕੋਈ ਰਚਨਾ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਜੀ ਮੈਮ, ਮੈਂ ਆਪਣੀ ਇੱਕ ਪੰਜਾਬੀ ਦੀ ਰਚਨਾ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਕਿਉਂਕਿ ਜਿਸ ਤਰ੍ਹਾਂ ਸਾਡਾ ਮਾਹੌਲ ਹੈ, ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਸਮਾਜ ਜਿਹੜਾ ਹੈ ਉਹ ਬਦਲ ਰਿਹਾ ਹੈ, ਲੇਕਿਨ ਸਮਾਜ ਦੇ ਬਦਲਣੇ ਦੇ ਵਿੱਚ ਇੱਕ ਜਿਹੜੀ ਸਮੱਸਿਆ ਹੈ ਕਿ ਸਾਡੀ ਸੋਚ ਹਾਲੇ ਨਹੀਂ ਬਦਲ ਰਹੀ ਹੈ। ਉਹਨਾਂ ਕੁੜੀਆਂ ਬਾਰੇ, ਉਹਨਾਂ ਲੜਕੀਆਂ ਬਾਰੇ ਇੱਕ ਪੰਜਾਬੀ ਦੀ ਮੈਂ ਕਵਿਤਾ ਲਿਖੀ ਹੈ। ਮੈਂ ਆਪਣੇ 'ਤੇ ਹੀ ਲਾਨੀ ਹੈ ਕਵਿਤਾ ਵੀ, ਕਿਉਂਕਿ ਜਿੱਥੇ ਮੈਂ ਖੜੀ ਹਾਂ, ਮੈਂ ਲੜਕੀ ਹਾਂ, ਮੈंने ਬਹੁਤ ਕੁਝ ਦੇਖਿਆ, ਬਰਦਾਸ਼ਤ ਕੀਤਾ ਇਸ ਸਮਾਜ ਵਿੱਚ, ਅਨੁਭਵ ਕੀਤੇ ਹੈ। ਮੈਂ ਉਹ ਚੀਜ਼ਾਂ ਬਾਕੀ ਲੜਕੀਆਂ ਨੂੰ ਵੀ ਉਸੇ ਤਰ੍ਹਾਂ ਲੈ ਕੇ ਚੱਲਦੀ ਹਾਂ ਔਰ ਆਪਣੇ 'ਤੇ ਹੀ ਕਹਿੰਦੀ ਹਾਂ ਮੈਂ ਮਰ ਜਾਣੀ। ਮੇਰੀ ਕਵਿਤਾ ਦਾ ਨਾਮ ਵੀ ਮਰ ਜਾਣੀ ਹੀ ਹੈ, ਕਿਉਂਕਿ ਜਿਸ ਤਰ੍ਹਾਂ ਕਿ ਪਹਿਲਾਂ ਵੀ ਆਪਾਂ ਨੇ ਗੱਲ ਕੀਤੀ ਹੈ ਕਿ ਤੀਸਰੀ ਬੇਟੀ ਹੋਣ ਦੇ ਕਾਰਨ ਮੇਰੇ ਦਾਦੀ ਜੀ ਨੇ ਵੀ ਕਿਹਾ ਸੀ ਵੀ ਪਿਤਾ ਮੇਰੇ ਫਾਦਰ ਨੂੰ ਕਿ ਤੀਸਰੀ ਡਿਗਰੀ ਆ ਗਈ ਹੈ। ਤਾਂ ਇਹ ਮਰਜਾਣੀ ਸ਼ਬਦ ਤਾਂ ਸਾਡੇ ਨਾਲ ਹੁਣ ਐ ਜੁੜ ਗਿਆ ਹੈ ਜਿਸ ਤਰ੍ਹਾਂ ਕਿ ਸਾਡਾ ਗਹਿਣਾ ਹੀ ਹੋ ਗਿਆ ਹੁੰਦਾ ਹੈ ਨਾ, ਅਸੀਂ ਉਸਨੂੰ ਐਕਸੈਪਟ ਕਰ ਲਿੱਤਾ ਹੈ। ਤਾਂ ਮੇਰੀ ਕਵਿਤਾ ਹੈ ਮੈਂ ਮਰਜਾਣੀ। ਕੁੱਖ ਅੰਦਰ ਕਦੇ ਮਾਰ ਮੁਕਾਇਆ, ਕਦੇ ਮਰਜਾਣੀ ਕਹਿ ਕੇ ਬੁਲਾਇਆ। ਕੁੱਖ ਅੰਦਰ ਕਦੇ ਮਾਰ ਮੁਕਾਇਆ, ਕਦੇ ਮਰਜਾਣੀ ਕਹਿ ਕੇ ਬੁਲਾਇਆ। ਪਰਦੇ ਅੰਦਰ ਕੈਦ ਸੀ ਕੀਤਾ, ਪਰਦੇ ਅੰਦਰ ਕੈਦ ਸੀ ਕੀਤਾ। ਕਦੇ ਜ਼ਹਿਰ ਦਾ ਘੁੱਟ ਸੀ ਪੀਤਾ, ਕਦੇ ਜ਼ਹਿਰ ਦਾ ਘੁੱਟ ਸੀ ਪੀਤਾ। ਤੁਰ ਗਈ ਜਿੱਥੇ ਤੋਰਿਆ ਮੈਨੂੰ, ਤੁਰ ਗਈ ਜਿੱਥੇ ਤੋਰਿਆ ਮੈਨੂੰ। ਬਾਬਲ ਮਾਣ ਦਿਵਾਇਆ ਤੈਨੂੰ, ਬਾਬਲ ਮਾਣ ਦਿਵਾਇਆ ਤੈਨੂੰ। ਪੇਕੇ ਸਹੁਰੇ ਸਭ ਵਰਤਾਏ, ਪੇਕੇ ਸਹੁਰੇ ਸਭ ਵਰਤਾਏ। ਤਾਨੇ ਮੇਣੇ ਖੂਬ ਹੰਡਾਏ, ਤਾਨੇ ਮੇਣੇ ਖੂਬ ਹੰਡਾਏ। पढ़ लिख के मैं नाम कमाया, पढ़ लिख के मैं नाम कमाया। कदे न पर मैं हक जताया, कदे न पर मैं हक जताया। जिंद परिवार दे लेखे लाई, जिंद परिवार दे लेखे लाई। केड़ी कीती नहीं कमाई। दीवे दी लौ मैं हाँ बलदी, दीवे दी लौ मैं हाँ बलदी। दो परिवारां चानण करदी, दो परिवारां ਚਾਨਣ ਕਰਦੀ। ਹੱਥਾਂ ਦੇ ਵਿੱਚ ਹੁਨਰ ਹੈ ਮੇਰੇ, ਹੱਥਾਂ ਦੇ ਵਿੱਚ ਹੁਨਰ ਹੈ ਮੇਰੇ। ਗਿਆਨ ਉਜਾਲਾ ਚਾਰ ਚੁਫੇਰੇ, ਗਿਆਨ ਉਜਾਲਾ ਚਾਰ ਚੁਫੇਰੇ। ਘੱਟ ਨਹੀਂ ਮੈਂ ਅੱਜ ਦੀ ਨਾਰ, ਘੱਟ ਨਹੀਂ ਮੈਂ ਅੱਜ ਦੀ ਨਾਰ। ਪਿਆਰ ਦੇ ਬਦਲੇ ਲੈਣਾ ਪਿਆਰ। ਇੱਜ਼ਤ ਰੁਤਬਾ ਆਪ ਕਮਾऊं, ਇੱਜ਼ਤ ਰੁਤਬਾ ਆਪ ਕਮਾऊं। ਤਾਈਓ ਮਾਂ ਦੀ ਧੀ ਕਹਾऊं, ਤਾਈਓ ਮਾਂ ਦੀ ਧੀ ਕਹਾऊं। ਥੈਂਕ ਯੂ। ਵਾਹ ਜੀ ਵਾਹ। ਤੁਹਾਡੀ ਕਵਿਤਾ ਸੁਣ ਕੇ ਲੱਗ ਰਿਹਾ ਸੀ ਕਿ ਹਰ
ਕੁੜੀ ਦੀ ਇਹੀ ਕਹਾਣੀ ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਬਹੁਤ ਕੁਝ ਜਿਹੜਾ ਹੈ ਨਾਲ ਨਾਲ ਕਰ ਰਹੇ ਹੋ ਹੈ ਨਾ। ਸਾਡੇ ਹੱਥ ਦੇ ਵਿੱਚ ਕੋਈ ਨਾ ਕੋਈ ਹੁਨਰ ਹੋਣਾ ਬਹੁਤ ਜ਼ਰੂਰੀ ਹੈ ਨਾ। ਅਤੇ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ ਤਾਂ ਉਹ ਦੌਰ ਹੀ ਇਸ ਤਰ੍ਹਾਂ ਦਾ ਸੀ ਕਿ ਹੁਣ ਕਦੇ ਕਦੇ ਲੱਗਦਾ ਕਿ ਸਾਨੂੰ ਉਹਨਾਂ ਚੀਜ਼ਾਂ ਵੱਲ ਦੁਬਾਰੇ ਜਾਣ ਦੀ ਜ਼ਰੂਰਤ ਹੈ। ਤਾਂ ਉਦੋਂ ਕੀ ਹੁੰਦਾ ਸੀ ਕਿ ਜਿਵੇਂ 8ਵੀਂ ਦੇ ਵਿੱਚ ਜਦੋਂ ਪੜ੍ਹਦੀ ਸੀ ਮੈਂ, ਤਾਂ 8th ਦੀਆਂ ਜਦੋਂ ਛੁੱਟੀਆਂ ਹੋਈਆਂ ਤਾਂ ਘਰ ਦੇ ਵਿੱਚ ਤਾਈ ਜੀ ਵੀਰ ਜੀ ਹੋਰੀ ਕਹਿਣ ਲੱਗ ਗਏ ਸਾਰੇ ਹੈ ਨਾ ਕਿ ਇਹਨਾਂ ਨੂੰ ਨਾ ਉਹ ਧਾਗੇ ਨਾਲ ਕਢਾਈ ਸਿਖਾ ਦਿਓ, ਹੱਥ ਦਾ ਕੰਮ ਸਿੱਖ ਲਓ ਹੈ ਨਾ, ਕੋਈ ਹੱਥ ਦਾ ਹੁਨਰ ਸਿੱਖ ਲਓ, ਤੁਹਾਡੇ ਕੰਮ ਆਊਗਾ। ਬਿਲਕੁਲ। ਅਤੇ ਐਵੇਂ ਹੀ ਫਿਰ ਜਦੋਂ ਛੁੱਟੀਆਂ ਹੁੰਦੀਆਂ ਸੀ ਤਾਂ ਕਦੇ ਸਿਲਾਈ ਸਿਖਾਤੀ, ਕਦੇ ਪੇਂਟਿੰਗ ਸਿਖਾਤੀ, ਤਾਂ ਕਿ ਉਹ ਕਹਿੰਦੇ ਸੀ ਕਿ ਆਪਣੇ ਆਪ ਜੋਗੇ ਹੋ ਜਾਓ ਤੁਸੀਂ, ਹੈ ਨਾ। ਉਦੋਂ ਗੱਲਾਂ ਸ਼ਾਇਦ ਸਮਝ ਨਹੀਂ ਸੀ ਆਉਂਦੀਆਂ, ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਆਲੇ ਦੁਆਲੇ ਹੈ ਨਾ ਕਿ ਸੱਚੀ ਹੱਥ 'ਚ ਤੁਹਾਡੇ ਕੋਈ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਇਹ ਕੰਮ ਕਰ ਰਹੇ ਹੋ, ਤੁਸੀਂ ਸਿਖਾ ਰਹੇ ਹੋ ਦੂਜਿਆਂ ਨੂੰ। ਅਤੇ ਕਿੰਨੀ ਕੁ ਥਾਂ ਤੁਸੀਂ ਹੁਣ ਤੱਕ ਇਹ ਸਿਖਲਾਈ ਦੇ ਚੁੱਕੇ ਹੋ, ਕਿੰਨੇ ਕੈਂਪ ਲਗਾ ਚੁੱਕੇ ਹੋ? ਮੈਮ ਕੈਂਪ ਤਾਂ ਮੈਂ ਗਿਣਤੀ ਨਹੀਂ ਕਰ ਸਕਦੀ ਕਿ ਕਿੰਨੇ ਲਗਾ ਚੁੱਕੀ ਹਾਂ, ਮੈਨੂੰ ਖੁਦ ਨੂੰ ਵੀ ਯਾਦ ਨਹੀਂ ਹੈ। ਕੋਈ ਦਿਨ ਜਾਂਦਾ ਮੇਰਾ ਖਾਲੀ, ਅਦਰਵਾਈਜ਼ 100 ਤੋਂ 150 ਬੱਚੇ ਜਿਹੜੇ ਹੈ ਉਹ ਮੇਰੇ ਉਹਦੇ ਵਿੱਚ ਹੁੰਦੇ ਹੈ, ਗਰੁੱਪ ਵਿੱਚ ਹੁੰਦੇ ਹੈ, ਮੇਰੇ ਕੈਂਪ ਵਿੱਚ ਹੁੰਦੇ ਹੈ। 100-150 ਤਾਂ ਮੇਰਾ ਰੋਜ਼ਾਨਾ ਦਾ ਕੰਮ ਹੈ ਕਿ ਜਿਹੜੇ ਬੱਚੇ ਮੇਰੇ ਕੋਲੋਂ ਸਿੱਖਦੇ ਹੈ। ਤਾਂ ਉਹ 100-150 ਵਿੱਚ ਬਸ ਮੈਨੂੰ ਇਹ ਹੁੰਦਾ ਕਿ 100-150 ਵਿੱਚ ਅਗਰ 5 ਜਾਂ 7 ਬੱਚੇ ਵੀ ਐਸੇ ਹੋਣ ਜੋ ਇਸ ਚੀਜ਼ ਨੂੰ ਅਪਣਾ ਲੈਣ, ਤਾਂ ਮੇਰੇ ਖਿਆਲ ਮੇਰਾ ਸਮਾਜ ਬਹੁਤ ਸੁੰਦਰ ਹੋ ਜੇ, ਹੈ ਨਾ। ਸਭ ਦੇ ਵਿੱਚ ਹੱਥ ਦਾ ਹੁਨਰ ਆ ਜੇ। ਤਾਂ ਮੈਨੂੰ ਵੀ ਇਸੇ ਤਰ੍ਹਾਂ ਬਚਪਨ ਦੇ ਵਿੱਚ, ਵੈਸੇ ਮੈਨੂੰ ਸਿਖਾਉਣ ਲਈ ਨਹੀਂ ਕਦੇ ਕਿਹਾ ਜਾਂਦਾ ਸੀ ਕਿਉਂਕਿ ਦਿੱਲੀ ਦੇ ਵਿੱਚ ਪਰਵਰਿਸ਼ ਹੋਣ ਕਰਕੇ ਘੁੰਮਣਾ ਫਿਰਨਾ ਜਾਂ ਕੁਝ ਵੀ ਹੁੰਦਾ ਸੀ, ਬਟ ਅੰਦਰੋਂ ਹੀ ਸ਼ਾਇਦ ਪਰਮਾਤਮਾ ਨੇ ਸੈੱਟ ਕੀਤਾ ਹੋਇਆ ਸੀ ਮੇਰੇ ਲਈ ਕਿ ਇਸ ਲਈ ਉਹਨਾਂ ਨੇ ਹੀ ਮੈਨੂੰ, ਪਰਮਾਤਮਾ ਨੇ ਇਹ ਟ੍ਰੇਨਿੰਗ ਦੇ ਦਿੱਤੀ ਕਿ ਉਹ ਸ਼ੌਕ, ਉਹ ਹੌਬੀ ਜਿਹੜੀ ਹੁੰਦੀ ਸੀ ਮੇਰੀ ਆਰਟ ਐਂਡ ਕਰਾਫਟ ਵੱਲ। ਸਕੂਲ ਦੇ ਵਿੱਚ ਵੀ ਕੋਈ ਐਗਜ਼ੀਬਿਸ਼ਨ ਹੁੰਦੀ ਸੀ ਜਾਂ ਕੋਈ ਕਰਾਫਟ ਮੇਲਾ ਹੁੰਦਾ ਸੀ ਤਾਂ ਮੈਨੂੰ ਲੈ ਲਿੱਤਾ ਜਾਂਦਾ ਸੀ, ਉਹ ਮੈਂ ਕਰਦੀ ਸੀ। ਅਤੇ ਛੁੱਟੀਆਂ ਹੁੰਦੀਆਂ ਸੀ ਤਾਂ ਵੀ ਅਸੀਂ ਇਸ ਤਰ੍ਹਾਂ ਕਰਦੇ ਸੀ ਕਿ ਗਾਓਂ ਆਏ, ਪਿੰਡ ਆਏ ਹੈ, ਤਾਂ ਉੱਥੇ ਮੈंने ਹਰੇਕ ਦੇ ਵਿੱਚ ਕੰਮਾਂ ਦੇ ਵਿੱਚ ਥੋੜ੍ਹਾ ਬਹੁਤ ਕਰਨਾ ਹੈ, ਸਿੱਖ ਲੈਣਾ। ਮੇਰੇ ਮੰਮਾ ਇੱਕ ਗੱਲ ਹਮੇਸ਼ਾ ਕਹਿੰਦੇ ਹੈ ਕਿ ਜੋ ਕੰਮ ਤੁਹਾਡੇ ਹੱਥਾਂ 'ਚੋਂ ਨਿਕਲ ਗਿਆ ਉਹ ਤੁਸੀਂ ਕਦੇ ਭੁੱਲ ਨਹੀਂ ਸਕਦੇ। ਮੈਂ ਉਹ ਵਰਡਿੰਗ ਦੇਖੋ ਚਾਹੇ ਅਸੀਂ ਪੜ੍ਹੇ ਲਿਖੇ ਹੈ, ਸਾਡੇ ਪੇਰੈਂਟਸ ਨਾ ਵੀ ਪੜ੍ਹੇ ਲਿਖੇ ਹੋਣ, ਬਟ ਜੋ ਉਹਨਾਂ ਦਾ ਐਕਸਪੀਰੀਅੰਸ ਹੈ, ਜੋ ਉਹਨਾਂ ਦੇ ਅਨੁਭਵ ਹੈ, ਉਹ ਸਾਡੀ ਪੜ੍ਹਾਈ ਤੋਂ ਬਹੁਤ ਉੱਪਰ ਹੈ, ਉਹ ਸਾਡੀ ਕਿਤਾਬੀ ਪੜ੍ਹਾਈ ਤੋਂ ਬਹੁਤ ਉੱਪਰ ਹੈ। ਸੱਚਮੁੱਚ ਇਹ ਗੱਲ ਸੱਚ ਹੈ ਕਿ ਅੱਜ ਜੋ ਮੇਰੇ ਫੇਸ 'ਤੇ ਤੁਸੀਂ ਦੇਖ ਰਹੇ ਹੋ, ਮੇਰੇ ਹੱਥਾਂ 'ਤੇ ਵੀ ਹੈ, ਮੇਰੇ ਹੱਥਾਂ ਦੀ ਲਕੀਰਾਂ, ਲੋਕ ਕਹਿੰਦੇ ਹੈ ਕਿ ਹੱਥਾਂ ਦੀਆਂ ਲਕੀਰਾਂ ਜਿਹੜੀ ਹੁੰਦੀ ਹੈ ਉਹ ਕਿਸਮਤ ਹੁੰਦੀ ਹੈ। ਮੇਰੇ ਹੱਥਾਂ 'ਤੇ ਕੋਈ ਲਕੀਰਾਂ ਨਹੀਂ ਹੈ, ਮੇਰੇ ਹੱਥਾਂ 'ਤੇ ਫੁਲਵੈਰੀ ਦੀ ਵਜ੍ਹਾ ਨਾਲ ਲਕੀਰਾਂ ਜਿਹੜੀਆਂ ਉਹ ਦਬ ਚੁੱਕੀਆਂ, ਖ਼ਤਮ ਹੋ ਗਈਆਂ, ਲੇਕਿਨ ਮੇਰੀ ਕਿਸਮਤ ਕਿਤੇ ਵੀ ਨਹੀਂ ਗਈ ਹੈ। ਉਹ ਮੇਰੇ ਹੱਥਾਂ ਦੇ ਹੁਨਰ ਨੇ, ਮੇਰੇ ਹੱਥਾਂ ਦੇ ਕੰਮ ਨੇ ਮੇਰੀ ਕਿਸਮਤ ਲਿਖੀ ਹੈ। ਔਰ ਅੱਜ ਮੈਂ ਇਹ ਮੇਰੇ ਉਹ ਹੱਥ ਜਿਨ੍ਹਾਂ 'ਤੇ ਲਕੀਰਾਂ ਨਹੀਂ ਨਜ਼ਰ ਆਉਂਦੀਆਂ, ਉਹ ਦੂਸਰਿਆਂ ਨੂੰ ਹੁਨਰ ਦਿੰਦੇ ਹੈ, ਦੂਸਰਿਆਂ ਦੀ ਕਿਸਮਤ ਨੂੰ ਸ਼ਾਇਦ ਕਿਤੇ ਲਿਖ ਰਹੇ ਹੈ ਨਾ। ਤਾਂ ਸੁੰਦਰਤਾ ਚਲੋ ਚਿਹਰੇ ਦੀ ਜਿਵੇਂ ਕਹਿ ਰਹੇ ਹਾਂ ਆਪਾਂ ਕਿ ਨਾ ਵੀ ਹੋਏ, ਅੱਜ ਵੀ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਹੈ ਜੋ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹੈ। ਪਰ ਖੂਬਸੂਰਤੀ ਦਿਲ ਦੀ ਹੁੰਦੀ ਹੈ ਜੀ ਮੈਮ, ਲੇਕਿਨ ਉਹ ਉਸੇ ਗੌਸਿਪ ਦੇ ਵਿੱਚ ਉਲਝ ਕੇ ਰਹਿ ਜਾਂਦੇ ਹੈ। ਤੁਹਾਡੇ ਲਈ ਸੁੰਦਰਤਾ ਦੀ ਕੀ ਪਰਿਭਾਸ਼ਾ ਹੈ? ਮੇਰੇ ਲਈ ਸੁੰਦਰਤਾ ਦੀ ਅਗਰ ਮੈਂ ਹੁਣ ਆਪਣੇ ਲਈ ਕਹਾਂ ਤਾਂ, ਕਿਉਂਕਿ ਅਗਰ ਤੁਸੀਂ ਕਹੋਗੇ ਕਿ ਬਈ ਤੁਸੀਂ ਆਪ, ਤੁਹਾਡੇ ਚਿਹਰੇ 'ਤੇ ਕੁੱਤੇ ਫੁਲਵੈਰੀ ਹੈ, ਦਾਗ ਹੈ, ਤਾਂ ਤੁਸੀਂ ਕਹੋਗੇ ਕਿ ਬਈ ਨਹੀਂ ਮੰਨਦੀ ਸੁੰਦਰਤਾ। ਬਟ ਮੈਂ ਹਮੇਸ਼ਾ ਤੋਂ ਹੀ ਇਹ ਗੱਲ ਕਹਿਣੀ ਆ ਕਿ ਅਗਰ ਤੁਹਾਡਾ ਹੁਨਰ, ਅੱਜ ਮੈਂ ਚਾਹੇ ਸੁੰਦਰ ਨਹੀਂ ਦਿਖਦੀ ਹਾਂ ਬਟ ਮੇਰੇ ਨਾਲ ਸੁੰਦਰ, ਦੇਖੋ ਤੁਸੀਂ ਕਿੰਨੇ ਸੁੰਦਰ ਬੈਠੇ ਹੋ, ਤੁਸੀਂ ਮੇਰੇ ਨਾਲ ਸੁੰਦਰ ਬੈਠੇ ਹੋ, ਮੇਰੇ ਨਾਲ ਇੰਨੇ ਸੁੰਦਰ ਲੋਕ ਜਿਹੜੇ ਆ ਉਹ ਚੱਲਦੇ ਹੈ, ਤਾਂ ਮੇਰੇ ਲਈ ਤਾਂ ਇਸ ਤੋਂ ਬੜਾ ਮਾਣ ਕੋਈ ਨਹੀਂ है ना। कितने अच्छे अच्छे सुंदर लोग जो दिल तो भी और खूबसूरती जी बाहर दी है वो भी। मैं ये कहूँगी कि मैं एक गल जी अपनी लाइन कहूँगी कि संघर्ष जोड़ा है ना वो बंदे नूं अंदरों मजबूत और बाहरों खूबसूरत बना देंदा है। संघर्ष जोड़ा हुंदा है वो बंदे नूं अंदरों मजबूत बनांदा है, विल पावर नूं स्ट्रोंग कर दिंदा है और बाहरों जोड़ा है वो खूबसूरत बनांदा है। खूबसूरत ओदी कला हुंदी है, ओदे काम हुंदे है, ना कि चेहरे दी। चेहरे की सुंदरता तो चाहे कोई मिस वर्ल्ड या मिस यूनीवर्स भी होए वो भी एक दिन ढल जाएगी, है ना। 2 दिन की सुंदरता होएगी, 4 दिन की चांदनी फिर अंधेरी रात, वो समय तो आ ही जाएगा। लेकिन जिहड़ा तुहाडा हुनर है या जिहड़े तुसीं रिश्ते कायम किए समाज दे विच, एक तंदुरुस्त रिश्ते
ਉਹ ਤੁਹਾਡੇ ਜਾਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਤਾਂ ਦੁਹਰਾਏ ਜਾਣਗੇ, ਕਿਤੇ ਨਾ ਕਿਤੇ ਤਾਂ ਯਾਦ ਕੀਤਾ ਜਾਏਗਾ ਤੁਹਾਨੂੰ। ਕਿੰਨੇ ਐਸੇ ਲੋਕ ਹੈ, ਮਦਰ ਟੈਰੇਸਾ ਨੂੰ ਮੈਂ ਬਹੁਤ ਆਪਣਾ ਮੰਨਦੀ ਹਾਂ ਕਿ ਆਈਡਲ ਹੈ ਮੇਰੇ, ਤੇ ਮਦਰ ਟੈਰੇਸਾ ਹੈ। ਹੁਣ ਸੁੰਦਰਤਾ ਦੀ ਗੱਲ ਕਰੀਏ ਤਾਂ ਮਦਰ ਟੈਰੇਸਾ ਸੁੰਦਰ ਨਹੀਂ ਸੀਗੇ, ਲੇਕਿਨ ਉਹਨਾਂ ਦੇ ਕਰਮ ਸੁੰਦਰ ਸੀ। ਲੇਡੀ ਡਾਇਨਾ ਹੈ, ਬਹੁਤ ਸੁੰਦਰ ਸੀਗੀਆਂ, ਹੈ ਨਾ, ਲੇਕਿਨ ਉਹਨਾਂ ਦੇ ਕਰਮ ਵੀ ਬਹੁਤ ਸੁੰਦਰ ਸੀਗੇ। ਉਹਨਾਂ ਨੇ ਵੀ ਬੱਚਿਆਂ ਲਈ, ਐਨਜੀਓਜ਼ ਲਈ ਬਹੁਤ ਕੰਮ ਕੀਤਾ ਹੈ। ਸਟੱਡੀ ਟਾਈਮ ਮੈਂ ਇਹਨਾਂ ਦੋਨਾਂ ਨੂੰ ਬਹੁਤ ਮੰਨਦੀ ਸੀ। ਸ਼ਾਇਦ ਇਹੀ ਰਸਤਾ, ਉਹ ਸੋਚ ਜਿਹੜੀ ਸੀ, ਕਿਤਾਬਾਂ ਦੇ ਨਾਲ ਜੁੜੇ ਰਹਿਣਾ, ਕਲਾ ਦੇ ਨਾਲ ਜੁੜੇ ਰਹਿਣਾ, ਮਹਾਨ ਲੋਕਾਂ ਦੀ ਸ਼ਖਸੀਅਤ ਨੂੰ ਪੜ੍ਹਨਾ, ਕਿਉਂਕਿ ਅੱਜ ਨਾ ਬੱਚਿਆਂ ਕੋਲ ਬਹੁਤ ਕੁਝ ਹੈ ਟਾਈਮ ਪਾਸ ਕਰਨ ਲਈ, ਇੰਟਰਟੇਨਮੈਂਟ ਲਈ, ਸ਼ਾਇਦ ਤਾਂ ਉਹ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਦੂਰ ਹੈ। ਅਦਰਵਾਈਜ਼ ਸਾਡੇ ਕੋਲ ਇੱਕ ਦੂਰਦਰਸ਼ਨ ਚੈਨਲ ਹੁੰਦਾ ਸੀ ਜੋ ਕਿ ਇੰਜੋਇਮੈਂਟ ਲਈ ਜਾਂ ਇੰਟਰਟੇਨਮੈਂਟ ਲਈ ਹੁੰਦਾ ਸੀ, ਜਾਂ ਰੇਡੀਓ ਆਕਾਸ਼ਵਾਣੀ ਹੁੰਦਾ ਸੀ। ਆਕਾਸ਼ਵਾਣੀ ਦੀ ਉਹ ਪਹਿਲੀ ਧੁਨ ਜਿਹੜੀ ਹੁੰਦੀ ਸੀ ਨਾ, ਵੰਦੇ ਮਾਤਰਮ, ਜਦੋਂ ਸਟਾਰਟ ਹੁੰਦਾ ਸੀ, ਅੱਜ ਵੀ ਉਹ ਮਿਊਜ਼ਿਕ, ਅੱਜ ਵੀ ਜਿਹੜੀ ਸ਼ਹਿਨਾਈ ਦੀ ਆਵਾਜ਼ ਹੈ ਨਾ, ਉਹ ਮਤਲਬ ਅੱਜ ਵੀ ਫੀਲ ਕਰਦੇ ਹਾਂ। ਉਸਤਾਦ ਬਿਸਮਿल्ला ਖਾਨ ਜੀ, ਜੀ ਬਿਲਕੁਲ, ਚਾਹੇ ਉਹ ਅੱਜ ਨਹੀਂ ਵੀ ਹੈ, ਬਟ ਦੇਖੋ ਉਹਨਾਂ ਦੇ ਵੀ ਉਹ ਕਰਮ ਹੈ ਕਿ ਜੋ ਅੱਜ ਅਸੀਂ ਉਹਨਾਂ ਨੂੰ ਇੱਥੇ ਯਾਦ ਕਰ ਰਹੇ ਹਾਂ, ਹੈ ਨਾ। ਉੱਥੇ ਵੀ ਉਹਨਾਂ ਦੀ ਚਿਹਰੇ ਦੀ ਸੁੰਦਰਤਾ ਨਹੀਂ ਹੈ, ਉੱਥੇ ਵੀ ਉਹਨਾਂ ਦੀ ਜਿਹੜਾ ਕਰਮ ਹੈ ਉਹ ਬੋਲ ਰਿਹਾ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤਾਂ ਸਾਡੇ ਕੋਲ ਉਸ ਟਾਈਮ ਨਹੀਂ ਹੁੰਦਾ ਸੀ, ਛੁੱਟੀਆਂ ਹੁੰਦੀਆਂ ਸੀ, ਸਾਨੂੰ ਇਹ ਹੁੰਦਾ ਸੀ ਅਸੀਂ ਕੀ ਸਿੱਖ ਲਈਏ, ਕਿਹੜੇ ਕੋਰਸਿਸ ਕਰ ਲਈਏ, ਜਾਂ ਬੁੱਕ ਕਰ ਲੈਂਦੇ ਸੀ ਅਸੀਂ, ਕਾਮਿਕਸ ਹੁੰਦੀਆਂ ਸੀ, ਹੈ ਨਾ। ਸਾਡੇ ਕੋਲ ਇੰਟਰਟੇਨਮੈਂਟ ਲਈ ਕਾਮਿਕਸ ਹੁੰਦੀਆਂ ਸੀ, ਅਸੀਂ ਉਹ ਕਾਮਿਕਸ ਪੈਨ ਨਾਲ ਫ੍ਰੀ ਮਿਲਦੀਆਂ ਸੀ, ਜੀ ਅਸੀਂ ਉਹ ਲੈ ਲੈਂਦੇ ਸੀ। ਜਾਂ ਸਾਡੇ ਕੀ ਹੁੰਦਾ ਸੀ, ਰੈਂਟ ਤੇ ਮਿਲਦੀਆਂ ਸੀ, ਅਸੀਂ ਬੁਕਿੰਗ ਕਰ ਦਿੰਦੇ ਸੀ, ਉਹ ਰੈਂਟ ਤੇ ਮਿਲਦੀਆਂ ਸੀ ਕਿ ਅਸੀਂ ਅੱਛੀ ਇਹ ਵਾਲੀ ਪੜ੍ਹਨੀ ਹੈ, ਕਾਮਿਕਸ ਪੜ੍ਹਨੀ ਹੈ। ਉਹ ਚੀਜ਼ ਸਾਨੂੰ ਇੱਕ ਹੈਲਦੀ ਸਾਨੂੰ ਉਹ ਦੇ ਰਿਹਾ ਸੀ ਮਾਹੌਲ, ਕਿਉਂਕਿ ਉਹ ਕਾਮਿਕਸ ਓਨਲੀ ਅਸੀਂ ਇੰਟਰਟੇਨਮੈਂਟ ਲਈ ਨਹੀਂ ਪੜ੍ਹਦੇ ਸੀ, ਉਹ ਸਾਡੀ ਜਿਹੜੀ ਰੀਡਿੰਗ ਸਕਿੱਲ, ਅੱਜ ਬੱਚੇ ਕਹਿੰਦੇ ਕਿ ਸਾਨੂੰ ਪੇਰੈਂਟਸ ਕਹਿੰਦੇ, ਸ਼ਿਕਾਇਤ ਕਰਦੇ ਹੈ ਕਿ ਸਾਡੇ ਬੱਚਿਆਂ ਦੀ ਰੀਡਿੰਗ ਪ੍ਰੋਪਰ ਨਹੀਂ ਹੋ ਰਹੀ ਹੈ। ਬੜੇ ਮਹਿੰਗੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਹੈ, ਬਟ ਰੀਡਿੰਗ ਪ੍ਰੋਪਰ ਨਹੀਂ ਹੋ ਰਹੀ ਹੈ। ਅਸੀਂ ਤਾਂ ਉਹ ਰੀਡਿੰਗ ਆਪਣੇ ਇੰਜੋਇਮੈਂਟ ਲਈ ਕਰ ਲੈਂਦੇ ਸੀ, ਹੈ ਨਾ। ਤਾਂ ਉਹ ਸਾਡੀ ਜਿਹੜੀ ਲੈਂਗੁਏਜ ਸਕਿੱਲ ਹੁੰਦੀ ਸੀ, ਉਹ ਆਪਣੇ ਆਪ ਹੀ ਅੱਛੀ ਹੋ ਜਾਂਦੀ ਸੀ। ਮਾਨਸਿਕ ਤੌਰ ਤੇ ਵੀ ਖੂਬਸੂਰਤ ਹੋ ਮਾਨਸਿਕ ਤੌਰ ਤੇ ਅਸੀਂ, ਮਤਲਬ ਪੇਰੈਂਟਸ ਨੂੰ ਇਹ ਟੈਨਸ਼ਨ ਨਹੀਂ ਹੁੰਦੀ ਸੀ ਕਿ ਅਸੀਂ ਕੀ ਦੇਖ ਰਹੇ ਹਾਂ ਜਾਂ ਕੀ ਪੜ੍ਹ ਰਹੇ ਹਾਂ। ਪੇਰੈਂਟਸ ਨਾਲ ਅਸੀਂ, ਮਾਂ-ਬਾਪ ਨਾਲ ਅਸੀਂ ਜੁੜੇ ਰਹਿੰਦੇ ਸੀ। ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਸਰੀਰਕ ਖੂਬਸੂਰਤੀ ਹੈ ਨਾ, ਉਹਨੂੰ ਵੇਖ ਕੇ ਕੋਈ ਇੱਕ ਵਾਰ ਤੁਹਾਡੇ ਤੋਂ ਪ੍ਰਭਾਵਿਤ ਹੋ ਸਕਦਾ ਹੈ ਨਾ, ਪਰ ਕਈ ਲੋਕੀ ਹੁੰਦੇ ਆ, ਅਸੀਂ ਕਹਿੰਦੇ ਹਾਂ ਕਿ ਦੇਖਣ ਨੂੰ ਚੰਗਾ ਭਲਾ ਸੀ, ਤੇ ਜਦੋਂ ਮੂੰਹ ਖੋਲ੍ਹਿਆ ਤਾਂ ਸਭ ਕੁਝ ਖਤਮ ਹੋ ਗਿਆ, ਹੈ ਨਾ। ਤਾਂ ਦਲੀਪ ਕੌਰ ਟਿਵਾਣਾ ਲਿਖਦੇ ਨੇ, ਉਹ ਕਹਿੰਦੇ ਕਿ ਖੂਬਸੂਰਤੀ ਜਿਸਮਾਂ ਦੀ ਨਹੀਂ ਹੁੰਦੀ, ਰਿਸ਼ਤਿਆਂ ਦੀ ਹੁੰਦੀ ਹੈ। ਤੁਹਾਡੀ ਮਾਂ ਚਾਹੇ ਜਿਵੇਂ ਦੀ ਮਰਜ਼ੀ ਹੋਵੇ ਦੇਖਣ ਨੂੰ, ਤੁਹਾਨੂੰ ਖੂਬਸੂਰਤ ਲੱਗਦੀ ਹੈ, ਬਿਲਕੁਲ, ਕਿਉਂਕਿ ਉਹ ਤੁਹਾਡੀ ਮਾਂ ਹੁੰਦੀ ਹੈ, ਹੈ ਨਾ। ਤੇ ਇਸ ਕਰਕੇ ਖੂਬਸੂਰਤੀ ਦੀ ਪਰਿਭਾਸ਼ਾ ਜਿਹੜੀ ਹੈ ਉਹ ਬਹੁਤ ਉੱਤੇ ਹੈ। ਹਾਲਾਂਕਿ ਅਸੀਂ ਇਹਨੂੰ ਅੱਜ ਕੱਲ੍ਹ ਜਿਹੜਾ ਹੈ ਉਹ ਬਹੁਤ ਉਲਝਾ ਲਿਆ ਜੀ, ਕਿਉਂਕਿ ਕਿਤੇ ਨਾ ਕਿਤੇ ਨਾ ਅਸੀਂ ਦੇਖਦੇ ਹਾਂ ਪਾਠਕ੍ਰਮ ਦੇ ਵਿੱਚ ਜੋ ਬੱਚਿਆਂ ਨੂੰ ਵੀ ਪੜ੍ਹਾਇਆ ਜਾਂਦਾ ਹੈ ਨਾ, ਕਿ ਖੂਬਸੂਰਤੀ ਜਿਹੜੀ ਹੈ ਉਹਨਾਂ ਨੂੰ ਜਿਸਮਾਂ ਦੀ ਸਿਖਾਈ ਜਾਂਦੀ ਹੈ, ਸ਼ਕਲਾਂ ਦੀ ਖੂਬਸੂਰਤੀ ਜਿਹੜੀ ਹੈ ਉਹ ਸਿਖਾਈ ਜਾਂਦੀ ਹੈ। ਮੈਂ ਸੋਸ਼ਲ ਮੀਡੀਆ 'ਤੇ ਪੜ੍ਹ ਰਹੀ ਸੀ, ਕਿਸੇ ਦੋਸਤ ਨੇ ਭੇਜਿਆ, ਕਹਿੰਦੇ ਕਿ ਅਸੀਂ ਨਾ ਉਸ ਜਨਰੇਸ਼ਨ ਦੇ ਬੱਚੇ ਹਾਂ, ਅਸੀਂ ਜਿਹੜੇ 90 ਦੇ ਦਹਾਕੇ ਵਾਲੇ ਹਾਂ, 89 ਵਾਲੇ। ਤਾਂ ਉਹ ਕਹਿੰਦੇ ਕਿ ਅਸੀਂ ਉਸ ਜਨਰੇਸ਼ਨ ਦੇ ਬੱਚੇ ਹਾਂ, ਜਦੋਂ ਸਾਡੀ ਕਾਰਟੂਨ ਵੇਖਣ ਦੀ ਉਮਰ ਸੀ ਤਾਂ ਅਸੀਂ ਖਬਰਾਂ ਸੁਣਦੇ ਸੀ, ਕਿਉਂਕਿ ਰਿਮੋਟ ਪਿਓ ਦੇ ਕੋਲ ਹੁੰਦਾ ਸੀ। ਬਿਲਕੁਲ, ਰਿਮੋਟ ਤਾਂ ਹੁੰਦਾ ਹੀ ਨਹੀਂ ਸੀ ਜੀ, ਉਹ ਕਰਦੇ ਹੁੰਦੇ ਸੀਗੇ ਚੈਨਲ। ਹੁਣ ਜਦੋਂ ਸਾਡੀ ਖਬਰਾਂ ਸੁਣਨ ਦੀ ਉਮਰ ਹੈ, ਹੁਣ ਅਸੀਂ ਕਾਰਟੂਨ ਵੇਖਦੇ ਹਾਂ ਕਿਉਂਕਿ ਰਿਮੋਟ ਬੱਚਿਆਂ ਕੋਲ ਹੁੰਦਾ ਜੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤਾਂ ਕੁਝ ਚੀਜ਼ਾਂ ਸਮੇਂ ਦੇ ਨਾਲ ਬਦਲੀਆਂ। ਕਈ ਵਾਰ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਪੇਰੈਂਟਸ ਨਹੀਂ ਪਿੱਛੇ ਰਹੇ, ਅਸੀਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਗਏ, ਹੈ ਨਾ। ਅਤੇ ਇਹ ਬਦਲਾਅ ਤੁਸੀਂ ਵੀ ਵੇਖਦੇ ਹੋਵੋਗੇ, ਤੁਹਾਡਾ ਬੱਚਿਆਂ ਨਾਲ ਵਾਹ ਵਾਸਤਾ ਪੈਂਦਾ ਹੈ। ਜਨਰੇਸ਼ਨ ਗੈਪ ਹੁਣ ਤਾਂ ਜੇ ਅਸੀਂ ਮੰਨੀਏ ਤਾਂ ਕਹਿੰਦੇ ਕਿ 5 ਸਾਲਾਂ ਦਾ ਹੀ ਰਹਿ ਗਿਆ, ਸਾਇੰਸ ਦੇ ਮੁਤਾਬਿਕ ਤਾਂ ਜਨਰੇਸ਼ਨ ਗੈਪ, ਹੈ ਨਾ, ਕਿ 5 ਸਾਲਾਂ 'ਚ ਇੱਕ ਪੀੜ੍ਹੀ ਅੱਗੇ ਵੱਧ ਜਾਂਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬੱਚਿਆਂ ਨਾਲ ਕਿਵੇਂ ਦਾ ਅਨੁਭਵ ਰਿਹਾ ਤੁਹਾਡਾ? ਜੀ ਮੈਮ, ਬੱਚਿਆਂ ਨਾਲ ਮਿਲਿਆ ਜੁਲਿਆ ਐਕਸਪੀਰੀਅੰਸ ਹੈ ਮੇਰਾ, ਕਿਉਂਕਿ ਜਦੋਂ ਸਟਾਰਟਿੰਗ ਕੀਤੀ ਸੀ ਟੀਚਿੰਗ ਦੀ, ਉਸ ਟਾਈਮ ਕਿਉਂਕਿ ਏਜ ਇਸ ਤਰ੍ਹਾਂ ਦੀ ਸੀਗੀ ਕਿ ਸਮਝ ਨਹੀਂ ਸੀਗੀ ਬੱਚੇ ਕਿਸ ਤਰ੍ਹਾਂ ਦਾ ਕਿਵੇਂ ਉਹ ਕਰਨਗੇ, ਲੇਕਿਨ ਉਸ ਟਾਈਮ ਦੇ ਬੱਚੇ ਬਹੁਤ ਹੀ ਜ਼ਿਆਦਾ ਸਮਝਦਾਰ, ਜਾਂ ਸਮਝਦਾਰ ਤਾਂ ਹੁਣ ਵੀ ਹਨ, ਸਾਡੇ ਤੋਂ ਜ਼ਿਆਦਾ ਹੈ, ਲੇਕਿਨ ਜੋ ਫੀਲਿੰਗਸ ਨੂੰ ਸਮਝਣ ਵਾਲੇ ਔਰ ਜ਼ਿੰਮੇਵਾਰ ਹੁੰਦੇ ਸੀ, ਹੈ ਨਾ। ਜੋ ਅਸੀਂ ਆਪਣੇ ਟੀਚਰਸ ਨੂੰ, ਅਧਿਆਪਕਾਂ ਨੂੰ ਇੱਜ਼ਤ ਅੱਜ ਵੀ ਡੇਟ
ਵੀ ਅੱਜ ਚਾਹੇ ਉਹ ਸ਼ਾਇਦ ਨਾ ਵੀ ਹੋਣ, ਪਰ ਅੱਜ ਵੀ ਅਸੀਂ ਉਹ ਇੱਜ਼ਤ ਦਿੰਦੇ ਹਾਂ, ਉਹ ਘਟਦੀ ਜਾ ਰਹੀ ਹੈ ਕਿਤੇ, ਹੈ ਨਾ। ਤੇ ਸ਼ਾਇਦ ਜੋ ਇਹ ਮਾਹੌਲ, ਜਿਵੇਂ ਤੁਸੀਂ ਕਹਿ ਰਹੇ ਹੋ ਜਨਰੇਸ਼ਨ ਬਹੁਤ ਸਪੀਡ ਨਾਲ ਅੱਗੇ ਵੱਧ ਰਹੀ ਹੈ, ਉਹਦਾ ਹੋ ਸਕਦਾ ਹੈ ਕਿ ਇਹ ਹੈ ਉਹ ਸਮਾਜ ਨੂੰ ਇੱਕ ਨੁਕਸਾਨ ਵੱਲ ਵੀ ਲੈ ਕੇ ਜਾ ਰਿਹਾ ਹੈ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਬੱਚੇ ਜਿਹੜੇ ਹੈ ਉਹ ਪੇਰੈਂਟਸ ਨਾਲ, ਟੀਚਰਸ ਨਾਲ ਦੂਰ ਹੁੰਦੇ ਜਾ ਰਹੇ ਹਨ। ਟੈਕਨੋਲੋਜੀ ਨਾਲ ਜੁੜਨਾ ਅੱਛੀ ਗੱਲ ਹੈ, ਲੇਕਿਨ ਟੈਕਨੋਲੋਜੀ ਦੇ ਨਾਲ ਜੁੜ ਕੇ ਆਪਣੇ ਪਰਿਵਾਰ, ਆਪਣੀ ਹੋਂਦ ਜਿਹੜੀ ਹੈ ਉਹ ਤੋਂ ਦੂਰ ਹੋਣਾ, ਕਿਉਂਕਿ ਇੱਕ ਜਿਹੜਾ ਦਰਖਤ ਹੁੰਦਾ ਹੈ ਉਹ ਜਿੰਨਾ ਮਰਜ਼ੀ ਦੂਰ ਤੱਕ ਆਪਣੀ ਸ਼ਾਖਾਵਾਂ ਨੂੰ ਫੈਲਾ ਲੇ, ਜਿੰਨਾ ਮਰਜ਼ੀ ਉਹ ਆਪਣੇ ਪੱਤਿਆਂ ਨੂੰ, ਫਲਾਂ ਨੂੰ ਵਧਾ ਲੇ, ਅੱਛਾ ਲੱਗਦਾ ਹੈ, ਖੂਬਸੂਰਤ ਲੱਗਦਾ ਹੈ, ਲੇਕਿਨ ਅਗਰ ਉਹ ਆਪਣੀ ਜੜ੍ਹਾਂ ਤੋਂ ਦੂਰ ਹੋ ਜਾਏ ਤਾਂ ਉਹਦਾ ਵੰਸ਼ ਖਤਮ ਹੋ ਜਾਂਦਾ ਹੈ ਨਾ। ਤਾਂ ਬੱਚੇ ਜਿਹੜੇ ਹੈ ਉਹ ਅੱਗੇ ਵਧ ਰਹੇ ਆ, ਅੱਛੀ ਗੱਲ ਹੈ, ਜਨਰੇਸ਼ਨ ਅੱਗੇ ਵਧ ਰਹੀ ਹੈ, ਅੱਛੀ ਗੱਲ ਹੈ, ਲੇਕਿਨ ਜਦੋਂ ਉਹ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਹੈ, ਪਰਿਵਾਰ ਜਿਸ ਨੂੰ ਅਸੀਂ ਕਹਿੰਦੇ ਕਿ ਸਮਾਜ ਦੀ ਸਭ ਤੋਂ ਮਜ਼ਬੂਤ ਔਰ ਪਹਿਲੀ ਇਕਾਈ ਹੈ, ਉਸ ਤੋਂ ਬੱਚਾ ਦੂਰ ਹੋ ਜਾਂਦਾ ਹੈ। ਮਾਂ-ਬਾਪ ਨੂੰ ਪਤਾ ਹੀ ਨਹੀਂ ਹੁੰਦਾ ਬੱਚਾ ਕਿੱਥੇ ਹੈ, ਕੀ ਕਰ ਰਿਹਾ ਹੈ। ਜੀ, ਮੋਬਾਈਲਸ ਦੇ ਵਿੱਚ ਜਾਂ ਟੀਵੀ ਦੇ ਵਿੱਚ ਅਗਰ ਉਹਨਾਂ ਦੇ ਰਿਮੋਟ ਹੈ ਤਾਂ ਵੀ ਅੱਜ ਕੱਲ੍ਹ ਕੱਲੇ ਕਮਰਿਆਂ ਦੇ ਵਿੱਚ ਅਲੱਗ-ਅਲੱਗ ਆਪਣੇ ਟੀਵੀ ਲੱਗੇ ਹੋਏ ਹੈ, ਜੀ, ਤਾਂ ਉਹ ਕੀ ਦੇਖ ਰਹੇ ਹੈ, ਕਿੱਥੇ ਜਾ ਰਿਹਾ ਬੱਚਾ, ਸਾਨੂੰ ਨਹੀਂ ਪਤਾ। ਅਸੀਂ ਉਹਨਾਂ ਨੂੰ ਟੈਕਨੋਲੋਜੀ ਦਿੱਤੀ ਹੈ ਅੱਗੇ ਵਧਣ ਲਈ, ਲੇਕਿਨ ਉਹ ਕਿੱਥੇ ਜਾ ਰਹੇ ਸਾਨੂੰ ਨਹੀਂ ਪਤਾ। ਉਹ ਜਦੋਂ ਪਤਾ ਲੱਗਦਾ ਹੈ ਜਦੋਂ ਉਹਨਾਂ ਦੇ ਸੰਸਕਾਰ, ਜੋ ਟੈਕਨੋਲੋਜੀ ਤੋਂ ਮਿਲੇ ਹੋਏ ਸੰਸਕਾਰ ਹੈ, ਉਹ ਸਾਡੇ ਪਰਿਵਾਰਿਕ ਸੰਸਕਾਰਾਂ ਦੇ ਉੱਪਰ ਹਾਵੀ ਹੋ ਜਾਂਦੇ ਹੈ। ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਜਦੋਂ ਅਸੀਂ ਨਿਊਜ਼ ਦੇਖਦੇ ਹਾਂ ਕਿ ਇਸ ਤਰ੍ਹਾਂ ਗਲਤ ਹੋ ਰਿਹਾ ਹੈ, ਲੜਕੀਆਂ ਦਾ, ਬॉयज़ ਦਾ, ਕਿਸੇ ਦਾ ਵੀ ਗਲਤ, ਲੜਕੇ ਵੀ ਨਹੀਂ ਹੈ, ਗਲਤ ਲੜਕੀਆਂ ਵੀ ਨਹੀਂ ਹੈ। ਗਲਤ ਜੋ ਹੈ ਉਹ ਉਹਨਾਂ ਦੀ ਜਿਹੜੀ ਗ੍ਰਾਸਪਿੰਗ ਪਾਵਰ ਜੋ ਬਹੁਤ ਤੇਜ਼ੀ ਨਾਲ ਗਲਤ ਲੈ ਰਹੀ ਹੈ, ਉਹ ਗਲਤ ਹੈ ਨਾ। ਕਿ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਅਗਰ ਟਾਈਮ ਟੂ ਟਾਈਮ ਟੋਕਦੇ ਰਹੀਏ, ਉਹਨਾਂ ਨੂੰ ਸਮਝਾਈਏ, ਉਹਨਾਂ ਨੂੰ ਥੋੜ੍ਹਾ ਐਸਾ ਕੋਈ ਜ਼ਰੀਆ ਕੱਢੀਏ ਕਿ ਜਿਹਦੇ ਨਾਲ ਅਸੀਂ ਕੋਈ ਇੱਕ ਟਾਈਮ ਬੈਠ ਕੇ ਗੱਲ ਕਰ ਰਹੇ ਹਾਂ, ਬੈਠ ਰਹੇ ਹਾਂ। ਬਹੁਤ ਮੁਸ਼ਕਿਲ ਹੈ, ਕਹਿਣਾ ਸੌਖਾ ਹੈ ਪਰ ਇਹ ਚੀਜ਼ ਕਰਨਾ ਬਹੁਤ ਮੁਸ਼ਕਿਲ ਹੈ। ਲੇਕਿਨ ਅਗਰ ਇਹ ਸ਼ੁਰੂ ਤੋਂ ਕੀਤਾ ਜਾਏ ਪਰਿਵਾਰ ਦੇ ਵਿੱਚ, ਜਿਵੇਂ ਪਰਿਵਾਰ ਜਿਹੜੇ ਹੈ ਬਹੁਤ ਛੋਟੇ ਹੁੰਦੇ ਜਾ ਰਹੇ ਹੈ ਨਾ, ਦਿਨ ਬ ਦਿਨ ਪਰਿਵਾਰ ਇੰਨੇ ਛੋਟੇ ਹੁੰਦੇ ਜਾ ਰਹੇ ਹੈ ਕਿ ਸਾਡੇ ਬੱਚੇ ਬਾਹਰ ਨੂੰ ਭੱਜ ਰਹੇ ਹੈ, ਲੇਕਿਨ ਸਾਡੇ ਇੰਡੀਆ ਦੇ ਵਿੱਚ ਹੀ ਬਹੁਤ ਸਾਰੇ ਵਿਰਧ ਆਸ਼ਰਮ, ਅਨਾਥ ਆਸ਼ਰਮ ਹੋ ਗਏ ਹੈ। ਇਹ ਵੀ ਉਹਨਾਂ ਚੀਜ਼ਾਂ ਦੀ ਦੇਣ ਹੈ। ਤਾਂ ਉਹ ਅਗਰ ਸੰਸਕਾਰ ਇਹਨਾਂ ਦੇ ਸਹੀ ਹੋ ਜਾਣ ਤਾਂ ਬਹੁਤ ਸਾਰੀ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਜਾਣ, ਤੇ ਸਾਨੂੰ ਬਾਅਦ ਦੇ ਵਿੱਚ ਨਾ ਰੋਣਾ ਪਏ। ਰੋਣਾ ਸਾਨੂੰ ਹਲੇ ਵੀ ਬਹੁਤ ਕੁਝ ਪੈ ਰਿਹਾ, ਬਹੁਤ ਸਾਡਾ ਜੋ ਸਮਾਜ ਹੈ ਬਹੁਤ ਦੂਰ ਚਲਾ ਗਿਆ, ਲੇਕਿਨ ਬਿਲਕੁਲ ਹੀ ਇਸ ਤਰ੍ਹਾਂ ਨਾ ਰੋਣਾ ਪੈ ਜੇ ਕਿ ਸਾਡੇ ਹੱਥ ਜਿਹੜੇ ਆ ਉਹ ਰੇਤ ਸਾਡੇ ਹੱਥਾਂ ਚੋਂ ਨਿਕਲ ਜੇ ਔਰ ਖਾਲੀ ਹੋ ਜਾਣ। ਉਹ ਨਾ ਹੋਏ। ਇੱਕ ਇੰਟਰਨੈਸ਼ਨਲ ਕਾਨਫਰੰਸ ਮੈਂ ਅਟੈਂਡ ਕੀਤੀ, ਉੱਥੇ ਨਾ ਕੁਝ ਬੰਦੇ ਪਾਕਿਸਤਾਨ ਤੋਂ ਆਏ ਹੋਏ ਸੀ, ਤੇ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਧਰਲੇ ਪੰਜਾਬੋਂ ਸੀਗੇ ਉਹ, ਹੈ ਨਾ, ਤੇ ਉਹ ਕਹਿੰਦੇ ਕਿ ਸਾਨੂੰ ਬੜਾ ਦੁੱਖ ਹੁੰਦਾ ਕਿ ਪਾਕਿਸਤਾਨ ਦੇ ਵਿੱਚ ਹਾਲੇ ਬਿਰਧ ਆਸ਼ਰਮ ਨਹੀਂ ਹੈਗੇ ਜੀ, ਅਸੀਂ ਲੋਕ ਜ਼ਿਆਦਾ ਤਰੱਕੀ ਕਰ ਗਏ ਜੀ, ਕਿ ਫਿਰ ਬੜਾ ਦੁੱਖ ਹੁੰਦਾ ਕਿ ਇਹ ਕਿਉਂ ਸਭ ਕੁਝ ਹੋ ਰਿਹਾ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਰਗੈਨਿਕ ਫੂਡ ਦਾ ਵੀ ਤੁਸੀਂ ਟ੍ਰੇਨਿੰਗ ਦਿੰਦੇ ਹੋ, ਹੈ ਨਾ। ਜੀ। ਔਰਤ ਤੇ ਰਸੋਈ ਦਾ ਰਿਸ਼ਤਾ ਬੜਾ ਗਹਿਰਾ ਹੁੰਦਾ, ਹੈ ਨਾ। ਬਚਪਨ 'ਚ ਕਹਿੰਦੇ ਹੁੰਦੇ ਸੀ ਵੀ ਭਾਵੇਂ ਤੈਨੂੰ ਡੀਸੀ ਦੇ ਨਾਲ ਵਿਆਹ ਦੀਏ, ਰੋਟੀ ਤਾਂ ਪਕਾ ਕੇ ਹੀ ਖਾਣੀ ਹੈ, ਪਕਾ ਕੇ ਖਾਣੀ ਜੀ, ਹੈ ਨਾ, ਘਰੇ। ਤਾਂ ਕੀ ਸਿਖਾਉਂਦੇ ਹੋ? ਹਾਂਜੀ ਮੈਮ, ਉਹ ਵੀ ਮੇਰਾ ਇੱਕ ਇਹ ਚੀਜ਼ ਸੀ ਕਿ ਜਦੋਂ ਮੇਰੇ ਇੰਨੇ ਸਟਰਗਲ ਤੋਂ ਬਾਅਦ ਮੇਰੀ ਸਟੱਡੀ ਵਿੱਚ ਛੁੱਟੀ ਜਾਂ ਜੋ ਵੀ ਮੇਰੇ ਸੁਪਨੇ ਸੀ ਉਹ ਵਿੱਚ ਰਹਿ ਰਹੇ ਸੀ, ਤਾਂ ਉੱਥੇ ਜਦੋਂ ਮੇਰੀ ਮਦਰ ਨੇ ਮੇਰੇ ਲਈ ਬਹੁਤ ਕੁਝ ਕੀਤਾ, ਉਹਨਾਂ ਨੇ ਲੋਕਾਂ ਦੇ ਘਰੇ ਖਾਣਾ ਬਣਾ ਕੇ ਉਸ ਔਖੇ ਦੌਰ ਨੂੰ ਜਿਹੜਾ ਹੈ ਨਾਲ ਕੱਢਣ ਦੇ ਇਹ ਦੇਖਿਆ ਕਿ ਉਮਰ ਵੱਧ ਰਹੀ ਹੈ ਔਰ ਸਮਾਂ ਦੌੜ ਰਿਹਾ ਹੈ ਔਰ ਮੇਰੀ ਪੜ੍ਹਾਈ ਜਿਹੜੀ ਹੈ ਉਹ ਛੁੱਟ ਰਹੀ ਹੈ, ਤਾਂ ਉਹਨਾਂ ਨੇ ਉਹ ਪੜ੍ਹਾਈ ਨੂੰ ਮੇਰੀ ਨੂੰ ਕਵਰ ਕਰਨ ਲਈ, ਮੈਨੂੰ ਅੱਗੇ ਵਧਾਉਣ ਲਈ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਪਾਪਾ ਨੇ ਮੇਰਾ ਬਹੁਤ ਸਾਥ ਦਿੱਤਾ। ਲੇਕਿਨ ਜੋ ਮਦਰ ਦਾ ਰੋਲ ਹੈ, ਮੈਂ ਇਸ ਲਈ ਕਹੂੰਗੀ ਕਿ ਉਹਨਾਂ ਨੇ ਆਪਣੇ ਸੁਪਨੇ ਜਦੋਂ ਛੱਡ ਕੇ ਲੋਕਾਂ ਦੇ ਘਰੇ ਕੰਮ ਕਰਕੇ ਮੈਨੂੰ ਮੇਰੀ ਫੀ ਪੇ ਕੀਤੀ, ਤਾਂ ਜਦੋਂ ਹੁਣ ਮੈਂ ਸਟੈਂਡ ਹੋਈ ਤਾਂ ਮੈਨੂੰ ਇਹ ਕਿਤੇ ਲੱਗਿਆ ਕਿ ਜਦੋਂ ਮੈਂ ਬਾਹਰ ਵਾਲੇ ਨੂੰ ਸਿਖਾ ਰਹੀ ਹਾਂ ਔਰ ਸਭ ਨੂੰ ਕਰ ਰਹੀ ਹਾਂ, ਤਾਂ ਮੈਨੂੰ ਇਹ ਖਿਆਲ ਆਇਆ ਕਿ ਮੇਰੇ ਮੰਮਾ ਦੇ ਵੀ ਕੁਝ ਸੁਪਨੇ ਹੋਣਗੇ, ਹੈ ਨਾ। ਕਿ ਉਸ ਟਾਈਮ ਉਹਨਾਂ ਦੇ ਪੇਰੈਂਟਸ ਨੇ ਨਹੀਂ ਕੀਤੇ, ਨਹੀਂ ਸੁਣੀ ਹੋਏਗੀ, ਉਹ ਦੌਰ ਇਸ ਤਰ੍ਹਾਂ ਦਾ ਸੀਗਾ ਕਿ ਸੁਣਿਆ ਹੀ ਨਹੀਂ ਜਾਂਦਾ ਸੀ। ਤਾਂ ਮੈਨੂੰ ਕਈ ਵਾਰ ਉਹਨਾਂ ਨੇ ਦੱਸਿਆ, ਕਹਿੰਦੇ ਕਿ ਮੇਰੀ ਨਾ 7th ਕਲਾਸ ਵਿੱਚ ਸੀਗੇ, ਤਾਂ ਮੇਰੀ ਫਸਟ ਡੇ ਹੋਮ ਸਾਇੰਸ ਦੀ ਕਲਾਸ ਸੀ। ਕਹਿੰਦੇ ਮੈਂ ਬਹੁਤ ਖੁਸ਼ ਸੀ ਕਿ ਅਗਲੇ ਦਿਨ ਮੈਂ ਕੁਕਿੰਗ ਦੀ ਕੋਈ ਕਲਾਸ ਲਗਾਉਣੀ ਸੀ, ਤਾਂ ਮੈंने ਰਾਤ ਨੂੰ ਬੈਗ ਪੈਕ ਕੀਤਾ ਆਪਣਾ
ਜਿਹਦੇ ਵਿੱਚ ਉਹਨਾਂ ਨੇ ਬਰਤਨ ਰੱਖੇ। ਉਸ ਟਾਈਮ ਵਿੱਚ ਉਹ ਸਟੋਵ ਵਗੈਰਾ ਵੀ ਆਪ ਲੈ ਕੇ ਜਾਂਦੇ ਸੀ ਜੀ। ਹੋਮ ਸਾਇੰਸ ਕਲਾਸ ਲਗਾਉਣ ਲਈ, ਜਿਵੇਂ ਹੁਣ ਤਾਂ ਸਾਡੀ ਲੈਬਸ ਹੁੰਦੀ ਹੈ ਹੋਮ ਸਾਇੰਸ ਦੀ। ਹੂੰ। ਤਾਂ ਉਹਨਾਂ ਨੂੰ ਇੰਨਾ ਕਹਿੰਦੇ, ਮੈਨੂੰ ਦੱਸਦੇ ਹੁੰਦੇ ਸੀ ਕਿ ਮੈਨੂੰ ਇੰਨਾ ਸ਼ੌਕ ਸੀ ਕਿ ਮੈਂ ਰਾਤ ਨੂੰ ਸਾਰਾ ਸਮਾਨ ਪੈਕ ਕਰਕੇ ਰੱਖਿਆ ਕਿ ਸਵੇਰੇ ਮੇਰੀ ਹੋਮ ਸਾਇੰਸ ਦੀ ਕਲਾਸ ਹੈ, ਫਸਟ ਡੇ ਹੈ, ਔਰ ਮੈਂ ਪਤਾ ਨਹੀਂ ਕੀ ਸਿੱਖੂੰਗੀ ਔਰ ਮੈਂ ਬੈਸਟ ਆਪਣਾ ਦਊਂਗੀ। ਤਾਂ ਅਗਲੇ ਦਿਨ ਸਵੇਰੇ ਕੁਝ ਐਸਾ ਹੋਇਆ ਉਹਨਾਂ ਦਾ, ਪਿੰਡਾਂ ਦੇ ਵਿੱਚ ਜਿਵੇਂ ਮਾਹੌਲ ਹੁੰਦਾ ਹੈ ਕਿ ਜੁਆਇੰਟ ਫੈਮਿਲੀ ਹੋਣ ਕਰਕੇ ਕਿ ਕਿਸੇ ਇੱਕ ਵੱਡੇ ਬਜ਼ੁਰਗ ਨੇ ਕਹਿ ਦਿੱਤਾ ਕਿ ਇਹ ਕਰਨਾ ਹੈ ਤਾਂ ਕਰਨਾ ਹੈ, ਨਹੀਂ ਕਰਨਾ ਤਾਂ ਨਹੀਂ। ਤਾਂ ਸਵੇਰੇ ਇਹ ਗੱਲ ਹੋਈ ਕਿ ਨਹੀਂ ਜੀ ਅੱਜ ਤੋਂ ਸਕੂਲ ਹੀ ਨਹੀਂ ਜਾਣਾ। ਤਾਂ ਮੰਮਾ ਕਹਿੰਦੇ ਕਿ ਮੈਨੂੰ ਉਸ ਦਿਨ ਸਿਰਫ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਨਹੀਂ ਬਸ ਬਹੁਤ ਹੋ ਗਿਆ, ਹੁਣ ਸਿਰਫ ਮੁੰਡੇ ਸਕੂਲ ਜਾਣਗੇ, ਕੁੜੀਆਂ ਨੇ ਨਹੀਂ ਜਾਣਾ, ਤੁਸੀਂ ਆਪਣਾ ਘਰੇ ਕੰਮ ਕਰੋ। 6ਵੀਂ ਤੱਕ ਪੜ੍ਹ ਲੈ, ਬਹੁਤ ਹੋ ਗਈ ਪੜ੍ਹਾਈ। ਜਦੋਂ ਉਹ ਮੈਨੂੰ ਇਹ ਦੱਸਦੇ ਸੀ ਤਾਂ ਮੈਨੂੰ ਆਪਣੇ ਸਮਾਜ 'ਤੇ, ਆਪਣੇ ਪਰਿਵਾਰ 'ਤੇ, ਜੋ ਸਾਡੇ ਫੋਰ ਫਾਦਰਸ ਹੈ ਉਹਨਾਂ 'ਤੇ ਬਹੁਤ ਗੁੱਸਾ ਆਉਂਦਾ ਹੈ ਕਿ ਮੁੰਡਿਆਂ ਨੇ ਪੜ੍ਹਨਾ ਹੈ, ਕੁੜੀਆਂ ਨੇ ਨਹੀਂ ਪੜ੍ਹਨਾ। ਤੁਸੀਂ ਚਾਹੇ ਕਿਤੇ ਉਸ ਟਾਈਮ ਵੀ ਜੌਬ ਨਹੀਂ ਸੀ, ਬਟ ਉਹਨਾਂ ਦੀ ਇੱਛਾਵਾਂ ਤਾਂ ਤੁਸੀਂ ਪੁੱਛੋ ਕਿ ਉਹ ਕੀ ਚਾਹੁੰਦੇ ਹੈ। ਉਸ ਟਾਈਮ ਉਹਨਾਂ ਦੇ ਬਾਰੇ ਨਹੀਂ ਪੁੱਛਿਆ। ਤਾਂ ਜਦੋਂ ਇਹ ਗੱਲ ਮੈਨੂੰ ਹਮੇਸ਼ਾ ਮਨ 'ਚ ਦੁੱਖ ਦਿੰਦੀ ਸੀ, ਕਚੋੜਦੀ ਸੀ ਕਿ ਅੱਜ ਮੇਰੇ ਮਦਰ ਮੇਰੇ ਲਈ ਕਰ ਰਹੇ ਹੈ, ਅਗਰ ਇਹ ਪੜ੍ਹੇ ਹੁੰਦੇ ਤਾਂ ਸ਼ਾਇਦ ਇਹ ਤਸਵੀਰ ਕੁਝ ਹੋਰ ਹੁੰਦੀ ਹੈ ਨਾ, ਕਿ ਅਗਰ ਇਹ ਵੀ ਪੜ੍ਹੇ ਹੁੰਦੇ, ਇਹ ਵੀ ਆਪਣੀ ਗੱਲ ਕਿਸੇ ਹੋਰ ਢੰਗ ਨਾਲ ਕਹਿੰਦੇ। ਗੱਲ ਕਹਿੰਦੇ ਹੈ, ਮਨ ਦੀ ਗੱਲ ਤਾਂ ਰੱਖਦੇ ਆ, ਬਟ ਕਿਸੇ ਹੋਰ ਢੰਗ ਨਾਲ ਰੱਖਦੇ। ਤਾਂ ਮੈਂ ਇਹ ਸੋਚ ਕੇ ਫਿਰ ਇਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉੱਥੋਂ ਕੋਰਸਿਸ, ਕਿਉਂਕਿ ਇਹਨਾਂ ਨੂੰ ਆਉਂਦਾ ਬਹੁਤ ਕੁਛ ਸੀ ਲੇਕਿਨ ਸਰਟੀਫਾਈਡ ਹੋਣਾ ਬਹੁਤ ਜ਼ਰੂਰੀ ਸੀ। ਤਾਂ ਮੈंने ਉੱਥੇ ਇਹਨਾਂ ਨੂੰ ਕੋਰਸਿਸ ਕਰਵਾ ਕੇ ਸਰਟੀਫਾਈਡ ਕਰਵਾਇਆ। ਹੁਣ ਇਹ ਸਰਟੀਫਾਈਡ ਹੈ। ਤਾਂ ਜਦੋਂ ਉਹਨਾਂ ਨੇ ਵੀ ਦੇਖਿਆ ਉੱਥੇ ਟ੍ਰੇਨਰਸ ਜਿਹੜੇ ਸੀਗੇ, ਟੀਚਰਸ ਸੀਗੇ ਉੱਥੇ, ਬਹੁਤ ਅੱਛੇ ਟੀਚਰਸ ਹੈ ਜਿਹੜਾ ਕਿ ਗਾਈਡ ਕਰਦੇ ਹੈ। ਤਾਂ ਉਹਨਾਂ ਨੇ ਇਹ ਦੇਖਿਆ ਕਿ ਬਈ ਆਂਟੀ ਦੇ ਅੰਦਰ ਤਾਂ ਪਹਿਲਾਂ ਹੀ ਬਹੁਤ ਟੈਲੈਂਟ ਹੈ, ਤਾਂ ਵੀ ਆਂਟੀ ਤੁਸੀਂ ਤਾਂ ਸਾਨੂੰ ਵੀ ਗਾਈਡ ਕਰਿਆ ਕਰੋ, ਥੋੜ੍ਹਾ ਬਹੁਤ ਸਾਨੂੰ ਵੀ ਟਿਪਸ ਦਿਆ ਕਰੋ। ਤਾਂ ਮੰਮੀ ਦੇ ਅੰਦਰ ਕੌਨਫੀਡੈਂਸ ਜਿਹੜਾ ਉਹ ਵੱਧ ਗਿਆ। ਉਹਨਾਂ ਨੂੰ ਇਹ ਲੱਗਿਆ ਕਿ ਹਾਂ ਮੇਰੇ ਅੰਦਰ ਕੁਝ ਹੁਨਰ ਹੈ। ਤਾਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਤਾਂ ਆਪਣਾ ਇਸ ਤਰ੍ਹਾਂ ਕਰਕੇ ਕੰਮ ਵਧਾਉਣਾ ਹੈ। ਤਾਂ ਉਹਨਾਂ ਦਾ ਉਹ ਕਰਨ ਦੇ ਲਈ ਫਿਰ ਮੈਨੂੰ ਇਹ ਵੀ ਚੀਜ਼ ਫੀਲ ਹੋਈ ਕਿ ਅਗਰ ਮੰਮਾ ਕੰਮ ਕਰਨਗੇ ਇਸ ਏਜ, ਤਾਂ ਇਹ ਚੀਜ਼ ਅੱਗੇ ਮੈਸੇਜ ਜਾਏਗਾ ਹੋਰ ਲੇਡੀਜ਼ ਲਈ ਵੀ। ਤਾਂ ਮੰਮਾ ਦੇ ਨਾਲ ਹੋਰ ਵੀ ਲੇਡੀਜ਼ ਜਿਹੜੀਆਂ ਇਸ ਕੰਮ ਦੇ ਵਿੱਚ ਜੁੜੀਆਂ, ਜਿਹੜੀਆਂ ਕਿ ਮੰਮਾ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ, ਸਿਖਾਉਂਦੇ ਆ ਜਾਂ ਜੋ ਬਣਾਉਂਦੇ ਆ। ਅਸੀਂ ਉਹਦਾ ਨਾਮ ਰੱਖਿਆ ਮੌਮ ਸੀਕ੍ਰੇਟ ਆਰਗੈਨਿਕ ਫੂਡ ਪ੍ਰੋਡਕਟਸ, ਅਤੇ ਮੌਮ ਸੀਕ੍ਰੇਟ ਦੇ ਨਾਮ ਨਾਲ ਹੀ ਇਸ ਨੂੰ ਰੱਖਿਆ। ਹੁਣ ਅਸੀਂ ਕੈਮੀਕਲ ਫ੍ਰੀ ਜਿਹੜਾ ਹੈ, ਆਮਲਾ ਜੂਸ, ਆਮਲਾ ਮੁਰੱਬਾ, ਆਮਲਾ ਕੈਂਡੀ, ਇਹ ਚੀਜ਼ਾਂ ਮਤਲਬ ਅਚਾਰ, ਮੁਰੱਬੇ, ਚਟਨੀਆਂ, ਟ੍ਰੈਡੀਸ਼ਨਲ ਚੀਜ਼ਾਂ ਨੂੰ ਅਸੀਂ ਨਾਲ ਲਿੱਤਾ। ਅਤੇ ਮੰਮਾ ਦਾ ਹੋਣ ਕਰਕੇ ਇਹਦੇ ਵਿੱਚ ਕਿ ਸਾਡਾ ਸਮਾਜ ਔਰ ਕਲਚਰ ਜਿਹੜਾ ਹੈ ਉਹ ਪਿੱਛੇ ਛੁੱਟ ਨਾ ਜਾਏ, ਸਾਡਾ ਜੋ ਟ੍ਰੈਡੀਸ਼ਨ ਹੈ ਉਸ ਨੂੰ ਵੀ ਨਾਲ ਲਿੱਤਾ ਜਾਏ। ਇਹ ਸੋਚ ਕੇ ਫਿਰ ਮੈंने ਉਹਨਾਂ ਨੂੰ ਇਹ ਰਾਏ ਦਿੱਤੀ ਕਿ ਆਪਾਂ ਮਸ਼ੀਨਾਂ ਨਹੀਂ ਯੂਜ਼ ਕਰਾਂਗੇ। ਤਾਂ ਅਸੀਂ ਕਰਦੇ ਵੀ ਜਦੋਂ ਇਹ ਕੰਮ ਕਰਦੇ ਹਾਂ ਤਾਂ ਸਿਲਵੱਟੇ ਹੁੰਦੇ ਆ ਪੁਰਾਣੇ, ਜਿਹਦੇ ਚਟਨੀ ਕੁੱਟੀ ਜਾਂਦੀ ਸੀ ਪੱਥਰ ਦੇ, ਉਹ ਚੀਜ਼, ਕੁੰਡੀ ਸੋਟਾ, ਮਾਮਜਿਸਤਾ, ਅਸੀਂ ਇਹ ਚੀਜ਼ਾਂ ਯੂਜ਼ ਕਰਦੇ ਹਾਂ। ਮਿਹਨਤ ਬਹੁਤ ਲੱਗਦੀ ਹੈ, ਲੇਕਿਨ ਸਾਡੇ ਨਾਲ ਇਹਦਾ ਇਹ ਅੱਛਾ ਰਿਜ਼ਲਟ ਆਇਆ ਕਿ ਲੋਕ ਬਹੁਤ ਜੁੜ ਰਹੇ ਹੈ। ਕਿ ਜਦੋਂ ਉਹ ਦੇਖਦੇ ਹੈ ਕਿ ਬਿਲਕੁਲ ਟੋਟਲੀ, ਮਤਲਬ ਇੱਕ ਤਾਂ ਆਰਗੈਨਿਕ ਕਹਿੰਦੇ ਹੈ ਕਿ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਕੰਪਨੀਜ਼ ਵੀ ਦੇ ਰਹੀਆਂ ਆਰਗੈਨਿਕ, ਲੇਕਿਨ ਉਹ ਆਰਗੈਨਿਕ ਲਿਖਿਆ ਹੁੰਦਾ, ਅੰਦਰ ਕੀ ਹੈ ਸਾਨੂੰ ਨਹੀਂ ਪਤਾ, ਕਿਸ ਤਰ੍ਹਾਂ ਆ ਰਿਹਾ, ਉਹ ਫਰੈਸ਼ ਹੈ ਜਾਂ ਨਹੀਂ ਹੈ। ਤਾਂ ਅਸੀਂ ਉਹ ਥੋੜ੍ਹਾ ਪ੍ਰੋਡਕਟ ਸ਼ੁਰੂ ਕਰਦੇ ਬਣਾਉਂਦੇ ਹਾਂ। ਸਭ ਕੁਝ ਹੱਥ ਨਾਲ ਹੁੰਦਾ ਹੈ, ਔਰ ਇਹਦੇ ਵਿੱਚ ਜੋ ਵੀ ਕੁਝ ਇਹ ਚੀਜ਼ਾਂ ਬਣ ਰਹੀਆਂ ਨੇ, ਤਾਂ ਉਹ ਚੀਜ਼ਾਂ ਨੂੰ ਫਿਰ ਮਾਰਕੀਟ ਦੇ ਵਿੱਚ ਅਸੀਂ ਸ਼ਾਪਸ 'ਤੇ ਨਹੀਂ ਦਿੰਦੇ, ਅਸੀਂ ਗਰੁੱਪਸ ਦੇ ਥਰੂ ਹੀ ਅੱਗੇ ਪਹੁੰਚਾਉਂਦੇ ਹਾਂ। ਜੀ। ਅਕਸਰ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਬੜੀ ਜਲਦੀ ਕੁਝ ਵੀ ਘਟਦਾ ਹੈ, ਤਾਂ ਹਾਲਾਂਕਿ ਹਿੰਮਤਾਂ ਬਹੁਤ ਹੁੰਦੀਆਂ ਉਹਨਾਂ ਦੇ ਵਿੱਚ, ਹਿੰਮਤ ਦੀ ਕੋਈ ਘਾਟ ਨਹੀਂ ਹੈ ਨਾ, ਪਰ ਉਹ ਬੜੀ ਜਲਦੀ ਨਾ ਨਿਰਾਸ਼ਾਵਾਦੀ ਆਲਮ 'ਚ ਚਲੀਆਂ ਜਾਂਦੀਆਂ ਨੇ, ਹੈ ਨਾ। ਅਤੇ ਉਹਨੂੰ ਲੱਗਦਾ ਕਿ ਹੁਣ ਅਸੀਂ ਕੁਝ ਨਹੀਂ ਕਰ ਸਕਦੀਆਂ। ਕੀ ਕਹਿਣਾ ਚਾਹੋਗੇ ਅਜਿਹੀਆਂ ਔਰਤਾਂ ਲਈ? ਮੈਮ, ਔਰਤ ਤੋਂ ਬੜੀ ਸ਼ਕਤੀ ਤਾਂ ਮੈਂ ਮੰਨ ਹੀ ਨਹੀਂ ਸਕਦੀ, ਕਿਉਂਕਿ ਜਿਸ ਤਰ੍ਹਾਂ ਮੈਂ ਆਪਣੇ ਮਦਰ ਦਾ ਐਗਜ਼ਾਮਪਲ ਦੇ ਰਹੀ ਹਾਂ ਕਿ ਇੰਨੀ ਮੁਸ਼ਕਿਲਾਂ ਦੇ ਵਿੱਚ ਅਗਰ ਉਹਨਾਂ ਨੇ ਮੈਨੂੰ ਸਟੈਂਡ ਕੀਤਾ ਹੈ, ਅਗਰ ਉਹ ਆਪਣੇ ਬੱਚਿਆਂ ਨੂੰ ਸੰਭਾਲ ਸਕਦੇ ਹੈ, ਜੋੜ ਕੇ ਰੱਖ ਸਕਦੇ ਹੈ। ਕਿ ਇੱਕ ਦੌਰ 'ਤੇ ਜਦੋਂ ਅਸੀਂ ਸੜਕ 'ਤੇ ਖੜ੍ਹੇ ਸੀਗੇ, ਇੰਨਾ ਸੰਘਰਸ਼ ਸੀ, ਪਤਾ ਨਹੀਂ ਸੀ ਕਿੱਥੇ ਜਾਣਾ ਹੈ, ਤਾਂ ਵੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਸਾਂਭ ਕੇ ਰੱਖਿਆ, ਹੈ ਨਾ। ਕਿ ਕੁਝ ਸਾਰੀ ਔਰਤਾਂ ਦੇ ਅੰਦਰ ਇਹ ਜੋ ਸ਼ਕਤੀ ਹੈ, ਜੋ ਸਹਿਣਸ਼ੀਲਤਾ ਹੈ, ਉਹ ਰੱਬ ਨੇ ਉੱਪਰੋਂ ਹੀ ਪਾ ਕੇ ਭੇਜੀ ਹੋਈ ਹੈ। ਬਸ ਪਹਿਚਾਨਣ ਦੀ ਕਮੀ ਹੈ ਕਿ ਜੋ ਮਾਂ ਆਪਣੇ ਬੱਚਿਆਂ ਨੂੰ 9 ਮਹੀਨੇ ਤੱਕ ਰੱਖ ਕੇ ਔਰ ਉਸ ਨੂੰ ਜਨਮ ਦਿੰਦੀ ਹੈ ਔਰ ਉਹਨੂੰ ਸੰਭਾਲਦੀ ਹੈ,
ਔਰ ਪਰਿਵਾਰ ਦੇ ਅਗੇਂਸਟ ਜਾ ਕੇ ਕਿੰਨੀ ਵਾਰ ਉਸ ਨੂੰ ਇਸ ਤਰ੍ਹਾਂ ਸਟੈਪ ਚੱਕਣੇ ਪੈਂਦੇ ਹੈ। ਕਈ ਵਾਰ ਪਰਿਵਾਰ ਤੋਂ ਛੁਪਾ ਕੇ ਕਰਦੀ ਹੈ ਆਪਣੇ ਬੱਚਿਆਂ ਲਈ, ਹੈ ਨਾ, ਕਿ ਫਾਦਰ ਤੋਂ ਛੁਪਾ ਕੇ ਗੁੱਸਾ ਨਾ ਆਪਣੇ ਤੇ ਲੈ ਲੈਂਦੀ ਹੈ ਸਾਰੀ ਬੁਰਾਈਆਂ, ਹੈ ਨਾ। ਤਾਂ ਉਹਦਾ ਇੱਕੋ ਹੀ ਮੋਟਿਵ, ਇੱਕੋ ਹੀ ਮਕਸਦ ਹੁੰਦਾ ਹੈ ਕਿ ਮੇਰੇ ਬੱਚੇ ਜਿਹੜੇ ਆ ਉਹ ਖੁਸ਼ ਰਹਿਣ, ਮੇਰੇ ਬੱਚੇ ਕਾਮਯਾਬ ਹੋਣ, ਉਹਨਾਂ ਨੂੰ ਮੈਂ ਇਸ ਤਰ੍ਹਾਂ ਦੇ ਪੰਖ ਦੇ ਦਾਂ ਕਿ ਜੋ ਮੇਰੇ ਕੋਲ ਨਹੀਂ ਸੀ ਪਰ ਮੇਰੇ ਬੱਚਿਆਂ ਕੋਲ ਹੋਣ, ਖੁੱਲ੍ਹੇ ਆਸਮਾਨ 'ਚ ਉੜਨ। ਤਾਂ ਉਹ ਸ਼ਕਤੀ ਹੁੰਦੀ ਹੈ। ਲੇਕਿਨ ਜੋ ਇਹ ਸਾਡਾ ਆਲੇ ਦੁਆਲੇ ਦਾ ਮਾਹੌਲ ਹੁੰਦਾ ਹੈ ਨਾ, ਉਹ ਕਈ ਵਾਰ ਉਸ ਨੂੰ ਅੰਦਰੋਂ ਹਿਲਾ ਦਿੰਦਾ ਹੈ, ਪਰੇਸ਼ਾਨ ਕਰ ਦਿੰਦਾ ਹੈ, ਜਿਸ ਦੀ ਵਜ੍ਹਾ ਨਾਲ ਉਹ ਨਿਰਾਸ਼ਾਵਾਦੀ ਹੋ ਜਾਂਦੀ ਹੈ। ਬਟ ਮੈਂ ਫਿਰ ਵੀ ਸਭ ਨੂੰ ਕਹੂੰਗੀ ਕਿ ਨਿਰਾਸ਼ਾ ਜਿਹੜੀ ਹੈ ਉਹ ਕਿਸੇ ਸੰਘਰਸ਼ ਦਾ ਹੱਲ ਨਹੀਂ ਹੈ। ਕਿਉਂਕਿ ਅਗਰ ਅਸੀਂ ਇੱਕ ਸਟੈਪ ਵੀ ਗਲਤ ਚੱਕ ਲਿਆ, ਇੱਕ ਵੀ ਰਾਸਤਾ ਅਸੀਂ ਗਲਤ ਮੁੜ ਗਏ, ਅਸੀਂ ਹਾਈਵੇ ਤੇ ਚਲਦੇ ਚਲਦੇ ਇੱਕ ਵੀ ਪਗਡੰਡੀ ਐਸੀ ਫੜ ਲਈ ਕਿ ਜੋ ਜੰਗਲਾਂ ਵੱਲ ਜਾ ਰਹੀ ਹੈ, ਤਾਂ ਅਸੀਂ ਕਦੇ ਵੀ ਉਸ ਹਾਈਵੇ ਨੂੰ ਦੁਬਾਰਾ ਫੜ ਹੀ ਨਹੀਂ ਸਕਦੇ, ਕੈਚ ਹੀ ਨਹੀਂ ਕਰ ਸਕਦੇ, ਹੈ ਨਾ ਜੀ। ਤਾਂ ਇਹ ਚੀਜ਼ ਹੁੰਦੀ ਹੈ। ਹਾਂ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਮਾਹੌਲ ਦੇ ਵਿੱਚ ਬੁਰੇ ਲੋਕ ਹੈ, ਬੁਰੇ ਲੋਕ ਐਸੇ ਬੁਰੇ ਹੈ ਕਿ ਜੋ ਅਸੀਂ ਦੇਖਦੇ ਹਾਂ ਕਿ ਵੀ ਨਹੀਂ, ਇਹ ਸਾਡੇ ਰਾਸਤੇ ਵਿੱਚ ਰੋੜੇ ਬਣ ਰਹੇ ਹੈ, ਅੜਚਨ ਲਿਆ ਰਹੇ ਹੈ। ਤਾਂ ਲੜਕੀਆਂ ਨੂੰ ਚਾਹੀਦਾ ਹੈ ਕਿ ਉਹਦਾ ਵੀ ਜਵਾਬ ਦੇਣ, ਚੁੱਪ ਨਾ ਰਹਿਣ। ਮੈਂ ਐਗਜ਼ਾਮਪਲ ਹੁਣੇ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਖੀਰਾ ਹੁੰਦਾ, ਖੀਰੇ ਦੀ ਕੜੱਤਨ ਕੱਢਣ ਲਈ ਅਸੀਂ ਉਸ ਨੂੰ ਗਰਦਨ ਤੋਂ ਕੱਟਦੇ ਹਾਂ ਔਰ ਉਸ ਨੂੰ ਨਮਕ ਲਗਾ ਕੇ ਰਗੜਦੇ ਹਾਂ ਕਿ ਉਹਦੀ ਜੋ ਜ਼ਹਿਰ ਹੈ, ਉਹਦੇ ਅੰਦਰ ਦੀ ਕੜੱਤਨ ਹੈ, ਉਹ ਨਿਕਲ ਜੇ, ਔਰ ਉਸ ਤੋਂ ਬਾਅਦ ਉਹ ਮਿੱਠਾ ਹੋ ਜਾਂਦਾ ਹੈ ਜੀ। ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹੈ ਜਿਨ੍ਹਾਂ ਦੀ ਕੜੱਤਨ ਕੱਢਣ ਲਈ ਨਾ, ਉਹਨਾਂ ਦੇ ਲਈ ਸਾਨੂੰ ਥੋੜ੍ਹਾ ਜਿਹਾ ਸਖਤ ਕਦਮ ਚੁੱਕਣਾ ਪੈਂਦਾ ਹੈ ਜੀ। ਕਿ ਅਗਰ ਔਰਤ ਅਗਰ ਸਟਰੋਂਗ ਨਹੀਂ ਹੋਏਗੀ ਤਾਂ ਪੰਜਾਬੀ ਦੀ ਕਹਾਵਤ ਮੈਂ ਬੋਲੂँਗੀ, ਮੇਰੇ ਨਾਨੀ ਜੀ ਨੇ ਬੋਲੀ ਸੀ, ਬਹੁਤ ਪੁਰਾਣੀ। ਮੈਂ ਹਰ ਜਗ੍ਹਾ ਇਹ ਲੜਕੀਆਂ ਨੂੰ ਬੋਲਦੀ ਹਾਂ ਕਿ ਕੌੜ ਤੁੰਬੇ ਮਿੱਠੇ ਹੁੰਦੇ ਤਾਂ ਗਿੱਦੜ ਹੀ ਖਾ ਜਾਂਦੇ। ਠੀਕ ਹੈ, ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕੌੜ ਤੁੰਬੇ ਨਹੀਂ ਪਤਾ ਜੀ, ਤੇ ਮੈਂ ਫੱਕੀ ਬਣਦੀ ਹੈ ਜੀ ਚੂਰਨ ਉਹਨਾਂ ਦਾ, ਫੱਕੀ ਚੂਰਨ ਹੈ ਨਾ, ਕਿੰਨੀ ਕੰਮ ਦੀ ਚੀਜ਼ ਹੁੰਦੀ ਹੈ। ਅਚਾਰ ਵੀ ਮੈਂ ਤਾਂ ਕਹੂੰਗੀ ਹੈ ਵੀ ਬਿਲਕੁਲ ਮੇਰੇ ਵਰਗੇ ਹੀ ਹੁੰਦੇ ਹੈ ਕਿ ਉਹਨਾਂ ਦੇ ਵਿੱਚ ਵੀ ਥੋੜ੍ਹਾ ਇਸ ਤਰ੍ਹਾਂ ਡਿਜ਼ਾਈਨ ਹੁੰਦਾ ਹੈ, ਤੇ ਚਾਹੇ ਉਹ ਦੇਖਣ ਨੂੰ ਖੂਬਸੂਰਤ ਨਹੀਂ ਹੁੰਦੇ ਬਟ ਗੁਣਕਾਰੀ ਬਹੁਤ ਹੁੰਦੇ ਹੈ ਨਾ। ਤਾਂ ਉਹ ਜਿਹੜੇ ਕੌੜ ਤੁੰਬੇ ਹੁੰਦੇ ਨਾ ਕਿ ਇੰਨੇ ਗੁਣਕਾਰੀ ਹੈ ਔਰ ਇਸ ਤਰ੍ਹਾਂ ਜੰਗਲੀ ਬੇਲਾਂ 'ਤੇ ਲੱਗਦੇ ਹੈ, ਤਾਂ ਅਗਰ ਉਹ ਮਿੱਠੇ ਹੁੰਦੇ ਤਾਂ ਉਹਨਾਂ ਨੂੰ ਗਿੱਦੜ ਹੀ ਖਾ ਜਾਂਦੀ, ਯਾਨੀ ਉਹਨਾਂ ਦੀ ਵੈਲਿਊ ਨਹੀਂ ਹੁੰਦੀ। ਹਰ ਕੋਈ ਉਹ ਨਹੀਂ ਕਰਦਾ। ਤਾਂ ਅਗਰ ਲੇਡੀਜ਼ ਆਪਣੇ ਆਪ ਨੂੰ ਇੰਨਾ ਕਮਜ਼ੋਰ ਬਣਾ ਲੈਣਗੇ ਨਾ, ਤਾਂ ਜਿਹੜੇ ਅੱਜ ਦੇ ਇੰਨੇ ਸਾਰੇ ਇੰਸੀਡੈਂਟਸ ਹੋ ਰਹੇ ਹੈ, ਇੰਨੀ ਸਾਰੀ ਪ੍ਰੋਬਲਮਸ ਹੈ, ਪੇਰੈਂਟਸ ਕਹਿੰਦੇ ਘਰੋਂ ਬਾਹਰ ਨਹੀਂ ਜਾਣਾ, ਇਹ ਪ੍ਰੋਬਲਮ ਹੈ, ਉਹ ਪ੍ਰੋਬਲਮ ਹੈ। ਪ੍ਰੋਬਲਮਸ ਇੰਨੀਆਂ ਨਹੀਂ ਹੈ ਜਿੰਨੀਆਂ ਦਿਖਾਈ ਜਾਂਦੀ ਹੈ, ਪ੍ਰੋਬਲਮਸ ਇੰਨੀ ਨਹੀਂ ਹੈ। बॉयज़ भी इतने बुरे नहीं है, गर्ल्स अगर कुछ गलत, अगर बॉयज़ गलत हैं तो गलत लड़कियां भी बहुत हैं। ਅਸੀਂ ਕੋਈ ਧਾਰਨਾ ਲੈ ਕੇ ਨਾ ਚੱਲੀਏ, ਹੈ ਨਾ। ਇਹ ਤਾਂ ਦਿਮਾਗ ਦੇ ਵਿੱਚ ਬੱਚਿਆਂ ਨੂੰ ਪਾਣਾ ਹੀ ਨਹੀਂ ਚਾਹੀਦਾ। ਅਗਰ ਅਸੀਂ ਇਕੁਐਲਿਟੀ ਦੀ ਗੱਲ ਕਰ ਰਹੇ ਹਾਂ, ਸਮਾਨਤਾ ਦੀ ਗੱਲ ਕਰ ਰਹੇ ਹਾਂ, ਤਾਂ ਬਰਾਬਰ ਪਾ ਲਓ ਤੁਸੀਂ ਅਗਰ ਇਹ ਨਹੀਂ ਕਹਿਣਾ ਕਿ ਲੜਕੇ ਜਿਹੜੇ ਹੈ ਉਹ ਉਹਨਾਂ ਦੇ ਵਿੱਚ ਗੁਣ ਜ਼ਿਆਦਾ ਹੈ, ਲੜਕੀਆਂ ਨੂੰ ਨੀਚੇ ਰੱਖਿਆ ਜਾ ਰਿਹਾ, ਤੁਸੀਂ ਇਹ ਵੀ ਨਾ ਕਹੋ ਕਿ ਲੜਕਿਆਂ ਨੂੰ ਕੱਟ ਕਰ ਦਿਓ ਔਰ ਲੜਕੀਆਂ ਨੂੰ ਰਿਜ਼ਰਵੇਸ਼ਨ ਖਤਮ ਕਰ ਦਿਓ। ਕੌਣ ਮੰਗ ਰਿਹਾ, ਕਿਹੜੀਆਂ ਲੜਕੀਆਂ ਕਹਿ ਰਹੀ ਹੈ ਤੁਹਾਨੂੰ ਕਿ ਸਾਨੂੰ ਬੱਸਾਂ ਦੇ ਵਿੱਚ ਫ੍ਰੀ ਕਰ ਦਿਓ? ਨਹੀਂ ਚਾਹੀਦੀਆਂ ਸਾਨੂੰ ਰਿਜ਼ਰਵੇਸ਼ਨ, ਨਹੀਂ ਚਾਹੀਦਾ, ਇਕੁਐਲਿਟੀ ਚਾਹੀਦੀ ਹੈ। ਉਹਨਾਂ ਨੂੰ ਸੰਸਕਾਰਾਂ ਵਿੱਚ ਇਹ ਪਾਓ ਕਿ ਸਭ ਬਰਾਬਰ ਹੈ, ਤੁਹਾਡੇ ਕਰਮ ਬਰਾਬਰ ਹੋਣ, ਤੁਸੀਂ ਅੱਛੇ ਕੰਮ ਕਰੋ, ਠੀਕ ਹੈ। ਤੁਸੀਂ ਦੋਨੋਂ ਹੀ ਸਮਾਜ ਦੇ ਆਧਾਰ ਹੋ। ਅਗਰ ਮੰਨ ਲਓ ਲੜਕੇ ਸੁਧਰ ਜਾਂਦੇ हैं, लड़के सेट हैं, सब कुछ कोई प्रॉब्लम नहीं है, और लड़कियां जड़ी हैं वो अपनी ड्यूटी सही नहीं निभा रही, फिर भी तो समाज नीचे ही जाएगा। तो अगर लड़कियां स्ट्रोंग होणगियां, बोल्ड होणगियां, दूसरिਆਂ ਲਈ ਉਦਾਹਰਨ ਬਣਨ ਦੀ ਲੋੜ ਹੀ ਨਹੀਂ। ਅਗਰ ਸਭ ਆਪਣੇ ਆਪਣੇ ਲਈ ਉਦਾਹਰਨ ਹੈ ਤਾਂ ਸਮਾਜ ਨੂੰ ਕਿਤੇ ਅਲੱਗ ਐਗਜ਼ਾਮਪਲ ਦੇਣ ਦੀ ਲੋੜ ਹੀ ਨਹੀਂ ਹੈ ਕਿ ਗਿਣਤੀ ਦੇ ਅਸੀਂ 2-4 ਦਈਏ ਕਿ ਰਾਣੀ ਝਾਂਸੀ ਹੈ, ਮਦਰ ਟੈਰੇਸਾ ਹੈ, ਇਹ ਹੈ, ਉਹ ਹੈ। ਇਸ ਤਰ੍ਹਾਂ ਐਗਜ਼ਾਮਪਲ ਦੇਣ ਦੀ ਲੋੜ ਹੀ ਨਹੀਂ ਹੈ ਨਾ। ਅਗਰ ਸਾਰੇ ਹੀ ਇਕੁਅਲ ਆਪਣੇ ਕਰਮ ਨੂੰ ਲੈ ਕੇ ਚੱਲਣ, ਆਪਣੇ ਕੰਮਾਂ ਨੂੰ ਕਰਨ, ਆਪਣੇ ਇਕੁਐਲਿਟੀ ਨਾਲ ਚੱਲਣ, ਰੋਲ ਮਾਡਲ ਤੁਸੀਂ ਆਪ ਬਣੋ। ਜੀ ਬਿਲਕੁਲ। ਮੰਮਾ ਦੀ ਹੀ ਇੱਕ ਹੋਰ ਗੱਲ ਮੈਂ ਕਹਿ ਰਹੀ ਹਾਂ, ਦੇਖੋ ਤੁਸੀਂ, ਕਿਉਂਕਿ ਚਾਹੇ ਬਿਲਕੁਲ ਅਨਪੜ੍ਹ ਹੈ, ਉਹ 6th ਕਲਾਸ ਤੱਕ ਪੜ੍ਹੇ ਹੈ, ਪਿੰਡਾਂ ਦੇ ਹੈ, ਬਟ ਫਿਰ ਵੀ ਗਿਆਨ ਦਾ ਭੰਡਾਰ ਹੈ। ਜੋ ਕੁਝ ਉਹਨਾਂ ਨੇ ਮੈਨੂੰ ਦਿੱਤਾ, ਮੇਰੀ ਰਚਨਾਵਾਂ ਵੀ ਜਿਹੜੀਆਂ ਨੇ ਉਹਨਾਂ ਦੀ ਹੀ ਦੇਣ ਹੈ। ਛੋਟੇ ਹੁੰਦੇ ਜਿਵੇਂ ਬੋਲਦੇ ਸੀ, ਕਹਾਣੀਆਂ ਬਣਾ ਕੇ ਸੁਣਾਉਂਦੇ ਸੀ, ਉਹਨਾਂ ਨੂੰ ਲੈ ਕੇ ਮੈਨੇ ਸ਼ੁਰੂ ਕੀਤਾ, ਰਚਨਾਵਾਂ ਲਿਖੀਆਂ। ਉਹ ਇੱਕ ਗੱਲ ਕਹਿੰਦੇ ਆ ਮੈਨੂੰ ਸ਼ੁਰੂ ਤੋਂ, ਕਹਿੰਦੇ ਤੂੰ ਕਿਤੇ ਵੀ ਜਾ, ਮੈਂ ਈਵਨ ਕਿ ਮਤਲਬ ਸਾਊਥ ਨੂੰ ਛੱਡ ਕੇ ਪੂਰਾ ਇੰਡੀਆ मैंने कवर ਕੀਤਾ ਹੈ। मोटिवेशनल स्पीच ਦਿੱਤੀ ਹੈ मैंने, ਕਾਫੀ ਲੜਕੀਆਂ ਲਈ ਕੋਰਸਿਸ ਜੋ ਹੈ ਉਹ ਇੰਦੌਰ, ਰਾਜਸਥਾਨ ਦੇ ਵਿੱਚ ਸ਼ਿਲਪਗ੍ਰਾਮ ਵਗੈਰਾ ਜਿਹੜਾ ਹੈ, ਉੱਥੇ ਗੋਆ ਤੱਕ, ਬੰਬੇ, ਗੋਆ ਸਭ ਕਵਰ ਕੀਤਾ ਮੈंने। ਲੇਕਿਨ ਉਹਨਾਂ ਨੇ ਮੈਨੂੰ ਇੱਕ ਗੱਲ ਕਹਿ ਕੇ ਜਿਹੜਾ ਹੈ ਹਮੇਸ਼ਾ ਤੋਰਿਆ, ਕਹਿੰਦੇ ਕਿ ਤੁਸੀਂ ਅਗਰ ਤੁਹਾਡੀ ਜਿਹੜੀ ਬਾਉਂਡਰੀ ਹੈ ਉਹ ਤੁਹਾਡੇ ਹੱਥ ਵਿੱਚ ਹੈ, ਅਗਰ ਤੁਸੀਂ ਆਪਣੀ ਸੀਮਾਵਾਂ ਨੂੰ, ਆਪਣੀ ਬਾਉਂਡਰੀ ਨੂੰ ਜਿੱਥੇ ਤੱਕ ਫੈਲਾਉਣਾ ਚਾਹੋ ਫੈਲਾ ਲਓ,
ਜਿੱਥੇ ਤੱਕ ਬੰਦ ਕੇ ਰੱਖਣਾ ਚਾਹੋ ਰੱਖ ਲਓ। ਅਗਰ ਤੁਸੀਂ ਕਿਸੇ ਨੂੰ ਆਪਣੀ ਬਾਉਂਡਰੀ ਦੇ ਅੰਦਰ ਆਉਣ ਦਿਓਗੇ ਜਾਂ ਨਹੀਂ, ਇਹ ਤੁਹਾਡੇ ਹੱਥ ਵਿੱਚ ਹੈ। ਕੋਈ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਜਦ ਤੱਕ ਕਿ ਤੁਹਾਡੀ ਖੁਦ ਦੀ ਮਰਜ਼ੀ ਨਹੀਂ ਹੋਏਗੀ। ਅਗਰ ਤੁਸੀਂ ਸਮਾਜ ਦੇ ਵਿੱਚ ਅੱਛੇ ਤੌਰ ਤਰੀਕੇ ਨਾਲ ਚੱਲ ਰਹੇ ਹੋ, ਤੁਸੀਂ ਅੱਛੇ ਹੋ, ਤਾਂ ਕੋਈ ਬੁਰਾ ਨਹੀਂ ਹੈ। ਠੀਕ ਹੈ, ਸੱਚਮੁੱਚ ਇਹ ਗੱਲ ਸਹੀ ਹੈ। ਠੀਕ ਹੈ, ਸਮਾਜ ਦੇ ਵਿੱਚ ਕੁਝ ਗਲਤ ਤੱਤ ਵੀ ਹੈ, ਤਾਂ ਉਹਨਾਂ ਨੂੰ ਤੁਸੀਂ ਸਟਰੋਂਗਲੀ ਉਹਨਾਂ ਦੇ ਨਾਲ ਬਿਹੇਵ ਕਰੋ। ਤੁਸੀਂ ਉਹਨਾਂ ਦਾ ਜਵਾਬ ਉਸੇ ਤਰ੍ਹਾਂ ਦਿਓ, ਹੈ ਨਾ। ਸਾਰੇ ਸਹੀ ਨਹੀਂ ਹੈ ਤਾਂ ਸਾਰੇ ਗਲਤ ਵੀ ਨਹੀਂ ਹੈ। ਜੀ ਪੂਜਾ ਜੀ, ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ। ਬਹੁਤ ਸਾਰੇ ਲੋਕੀ ਤੁਹਾਡੇ ਤੋਂ ਪ੍ਰੇਰਨਾ ਲੈਣਗੇ ਜ਼ਰੂਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਸੋ ਸਾਡੇ ਕੋਲ ਹਮੇਸ਼ਾ ਇੱਕ ਆਪਸ਼ਨ ਜਿਹੜੀ ਦੂਜੀ ਹੈ ਉਹ ਹਮੇਸ਼ਾ ਰਹਿੰਦੀ ਹੈ। ਨਿਰਭਰ ਸਾਡੇ 'ਤੇ ਕਰਦਾ ਕਿ ਅਸੀਂ ਹਥਿਆਰ ਸੁੱਟ ਦੇਣੇ ਨੇ ਕਿ ਅਸੀਂ ਉਸ ਚੀਜ਼ ਤੋਂ ਕੁਝ ਸਿੱਖਣਾ ਹੈ। ਅਤੇ ਉਮੀਦ ਹੈ ਕਿ ਅਸੀਂ ਸਾਰੇ ਪੂਜਾ ਜੀ ਦੇ ਜੀਵਨ ਤੋਂ ਬਹੁਤ ਸਾਰੀ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਬਹੁਤ ਕੁਝ ਹਰ ਬੰਦਾ ਆਪਣੇ ਆਪ ਦੇ ਵਿੱਚ ਕਹਿੰਦੇ ਕਿ ਬਹੁਤ ਵੱਡੀ ਇੱਕ ਦਾਸਤਾਨ ਬਿਆਨ ਕਰਦਾ ਹੈ, ਅਤੇ ਸਾਨੂੰ ਜ਼ਿੰਦਗੀ ਇੰਨੇ ਮੌਕੇ ਨਹੀਂ ਦਿੰਦੀ ਕਿ ਅਸੀਂ ਵਾਰ-ਵਾਰ ਗਲਤੀਆਂ ਕਰੀਏ ਅਤੇ ਸਿੱਖੀਏ। ਕੁਝ ਸਬਕ ਸਾਨੂੰ ਦੂਜਿਆਂ ਦੀਆਂ ਗਲਤੀਆਂ ਤੋਂ, ਦੂਜਿਆਂ ਦੇ ਕੰਮਾਂ ਤੋਂ ਵੀ ਸਿੱਖ ਲੈਣੇ ਚਾਹੀਦੇ ਨੇ। ਸੋ ਇਸ ਦੇ ਨਾਲ ਹੀ ਦਿਓ ਜੀ ਇਜਾਜ਼ਤ, ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ।